को हुक्म है गुरु मानियो। सिख विरसा, सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। सब तेरी वड्याई कोई नाहू ना जाने मेरा। आद गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਆਪਣੀ ਹਾਜ਼ਰੀ ਲਗਵਾਉਂਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। तुम परवाद तुम है आधारा, तुम परवाद तुम है आधारा, तुम है जी प्राण दाता, तुम है जी प्राण दाता, मात गर्भ तो
ही प्रतिपालक मात गर्भ तुम ही प्रतिपालक वेदक मंडल एक तूही वेदक मंडल एक तूही रसना जपती तुम है खजीना तुम है जरीना तुम है खजीना तुम है जरीना तुम ही मानक लाला तुम है बाद जात गुर ते पाए तुम है बाद जात गुर ते पाए तो नानक पे निहाला मात गर्भ तुम ही प्रतिपालक मात गर्भ तुम ही प्रतिपालक वेदक मंडल एक तूही वेदक मंडल एक तूही रसना जपती रसना जपती तू ही 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 ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਅੱਜ ਐਤਵਾਰ ਦਾ ਦਿਨ ਹੈ 2 ਅੱਸੂ ਸੰਮਤ 554 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 18 ਸਤੰਬਰ 2022 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ। ਅੱਜ ਦੇ ਸਿੱਖ ਵਿਰਸਾ ਪ੍ਰੋਗਰਾਮ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸੁਣਾਂਗੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਆਸਰੀ ਮਹਲਾ ਪਹਿਲਾ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹੰਸ ਪ੍ਰਾਨ ਪਤ ਪਾਵੈ। ਗੁਰ ਸਾਗਰ ਰਤਨੀ ਭਰਪੂਰੇ। ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ। ਹਰ ਰਸ ਚੋਗ ਚੁਗਹਿ ਪ੍ਰਭ ਭਾਵੈ। ਸਰਵਰ ਮਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬਪੜਾ ਛਪੜੀ ਨਾਏ। ਕੀਚੜ ਡੂਬੈ ਮੈਲ ਨਾ ਜਾਏ। ਰਖ ਰਖ ਚਰਨ ਧਰੇ ਵਿਚਾਰੀ। ਦੁਬਦਾ ਛੋੜ ਭਈ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੇ। ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ। ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮਹ ਹੰਸਾ ਹੰਸ ਮਹ ਸਾਗਰ। ਅਕਥ ਕਥਾ ਗੁਰ ਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਵੈਸੇ। ਨਾਰ ਨਾ ਪੁਰਖਾ ਕਹੋ ਕੋ ਕੈਸੇ। ਤ੍ਰਿਭਾਵਨ ਜੋਤ ਰਹੀ ਲਵਲਾਈ। ਸੁਰ ਨਰ ਨਾਥ ਸੱਚੇ ਸਰਣਾਈ। ਆਨੰਦ ਮੂਲ ਅਨਾਥ ਆਧਾਰੀ। ਗੁਰਮੁਖ ਭਗਤ ਸਹਜ ਵਿਚਾਰੀ। ਭਗਤ ਵਛਲਾ ਭੈ ਕਾਟਣ ਹਾਰੇ। ਹਉ ਮਾਰ ਮਿਲੇ ਪਗ ਧਾਰੇ। ਅਨਕ ਜਤਨ ਕਰ ਕਾਲ ਸੰਤਾਏ। ਮਰਨ ਲਿਖਾਏ ਮੰਡਲ ਮਹਿ ਆਏ।
ਜਨਮ ਪਦਾਰਥ ਦੁਬਦਾ ਖੋਵਾ ਆਪ ਨ ਚੀਨਸਾ ਭ੍ਰਮ ਭ੍ਰਮ ਰੋਵਾ ਕਹਤਾ ਪੜਤਾ ਸੁਣਤਾ ਏਕਾ ਧੀਰਜ ਧਰਮ ਧਰਣੀ ਧਰਤੀ ਕਾ ਜਤ ਸਤ ਸੰਜਮ ਹਿਰਦੈ ਸਮਾਏ ਚੌਥੀ ਪਦ ਕਾ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗਾ ਗੁਰ ਕਾ ਸ਼ਬਦ ਪਰਮ ਭਾਉ ਭਾਗਾ ਸੂਰਤ ਮੂਰਤ ਆਦ ਅਨੂਪਾ ਨਾਨਕ ਜਚ ਸਾਚ ਸਰੂਪਾ ਸਾਚੇ ਨਿਰਮਲ ਮੈਲ ਨ ਲਾਗਾ ਗੁਰ ਕਾ ਸ਼ਬਦ ਪਰਮ ਭਾਉ ਭਾਗਾ ਸੂਰਤ ਮੂਰਤ ਆਦ ਅਨੂਪਾ ਨਾਨਕ ਜਚ ਸਾਚ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਰ ਰਸ ਚੋਗ ਚੁਗ ਹੈ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਅਸ਼ਟਪਦੀਆਂ। ਤੇ ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਜਿਹੜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਕਾਸ਼ਿਤ ਕੀਤੀ ਹੈ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਅੱਜ ਦਾ ਇਹ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 685 ਅੰਗ ਤੇ ਸੁਸ਼ੋਭਿਤ ਹੈ। ਧਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਮਾਨੋ ਇੱਕ ਸਮੁੰਦਰ ਹੈ ਜੋ ਪ੍ਰਭੂ ਦੀ ਸਿਫਤ ਸਲਾਹ ਦੇ ਰਤਨਾਂ ਦੇ ਨਾਲ ਨਕਾ-ਨਕ ਭਰਿਆ ਹੋਇਆ ਹੈ। ਗੁਰਮੁਖ ਸਿੱਖ ਉਸ ਸਾਗਰ ਦੇ ਵਿੱਚੋਂ ਆਤਮਿਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਨੇ। ਜਿਵੇਂ ਹੰਸ ਮੋਤੀ ਚੁਗਦੇ ਨੇ ਤੇ ਗੁਰੂ ਤੋਂ ਦੂਰ ਨਹੀਂ ਜਾਂਦੇ। ਪ੍ਰਭੂ ਦੀ ਮਿਹਰ ਅਨੁਸਾਰ ਸੰਤ ਹੰਸ ਹਰੀ ਨਾਮ ਰਸ ਦਾ ਚੋਗ ਚੁਗਦੇ ਨੇ। ਗੁਰਸਿੱਖ ਹੰਸ ਗੁਰੂ ਸਰੋਵਰ ਦੇ ਵਿੱਚ ਟਿਕਿਆ ਰਹਿੰਦਾ ਹੈ ਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ। ਵਿਚਾਰਾ ਬਗਲਾ ਛਪੜੀ ਦੇ ਵਿੱਚ ਕਾਹਦੇ ਲਈ ਨਹਾਉਂਦਾ ਹੈ? ਕੁਝ ਨਹੀਂ ਖੱਟਦਾ, ਸਗੋਂ ਛਪੜੀ ਦੇ ਵਿੱਚ ਨਹਾ ਕੇ ਚਿੱਕੜ ਦੇ ਵਿੱਚ ਡੁੱਬਦਾ ਹੈ। ਉਸ ਦੀ ਇਹ ਮੈਲ ਦੂਰ ਨਹੀਂ ਹੁੰਦੀ। ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਦੇ ਆਸਰੇ ਭਾਲਦਾ ਹੈ ਉਹ ਮਾਨੋ ਛਪੜੀ ਦੇ ਵਿੱਚ ਹੀ ਨਹਾ ਰਿਹਾ ਹੈ। ਉੱਥੋਂ ਉਹ ਹੋਰ ਮਾਇਆ ਮੋਹ ਦੇ ਮੈਲ ਸਹੇੜ ਲੈਂਦਾ ਹੈ। ਸਤਿਗੁਰੂ ਜੀ ਵਿਸ਼ਰਾਮ ਦੇ ਕੇ ਅੱਗੇ ਫਰਮਾਉਂਦੇ ਨੇ,
ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਦੇ ਨਾਲ ਜੀਵਨ ਸਫ਼ਰ ਦੇ ਵਿੱਚ ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ ਜੋ ਮਾਇਆ ਦੇ ਮੋਹ ਤੋਂ ਖਲਾਸੀ ਦਿਵਾ ਦਿੰਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ, ਉਸ ਦੇ ਜਨਮ ਮਰਨ ਦਾ ਗੇੜ ਮੁੱਕ ਗਿਆ। ਜਿਵੇਂ ਹੰਸ ਮਾਨਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, ਤਿਵੇਂ ਜਿਹੜਾ ਸਿੱਖ ਗੁਰੂ ਦੇ ਦਰ ਤੇ ਛੱਡ ਕੇ ਨਹੀਂ ਜਾਂਦਾ, ਉਹ ਪ੍ਰੇਮ ਭਗਤੀ ਦੀ ਬਰਕਤ ਦੇ ਨਾਲ ਅਡੋਲ ਆਤਮਿਕ ਅਵਸਥਾ ਦੇ ਵਿੱਚ ਲੀਨ ਹੋ ਜਾਂਦਾ ਹੈ। ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਦੇ ਵਿੱਚ ਟਿਕਦਾ ਹੈ, ਉਸ ਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ। ਉਹ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ। ਇਹ ਕਥਾ ਅਕਥ ਹੈ, ਭਾਵ ਇਸ ਆਤਮਿਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਦੇ ਉੱਤੇ ਤੁਰ ਕੇ ਉਹ ਲੋਕ ਪਰਲੋਕ ਦੇ ਵਿੱਚ ਆਦਰ ਪਾਉਂਦਾ ਹੈ। ਜਿਹੜਾ ਕੋਈ ਬਿਰਲਾ ਪ੍ਰਭੂ ਚਰਨਾਂ ਦੇ ਵਿੱਚ ਜੁੜਿਆ ਬੰਦਾ ਅਫੁਰ ਅਵਸਥਾ ਵਿੱਚ ਟਿਕਦਾ ਹੈ, ਉਸ ਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ, ਭਾਵ ਕਿ ਉਸ ਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਉਂਦੀ। ਦੱਸੋ ਇਹ ਸੰਕਲਪ ਵੀ ਕਿਵੇਂ ਕਰ ਸਕਦਾ ਹੈ, ਕਿਉਂਕਿ ਉਹ ਤਾਂ ਸਦਾ ਹੀ ਪਰਮਾਤਮਾ ਦੇ ਵਿੱਚ ਸੁਰਤ ਜੋੜੀ ਰੱਖਦਾ ਹੈ, ਜਿਸ ਦੀ ਜੋਤ ਤਿੰਨਾਂ ਭਵਨਾਂ ਵਿੱਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਇਸ ਦੀ ਸਦਾ ਥਿਰ ਦੀ ਸ਼ਰਨ ਵਿੱਚ ਰੱਖਦੇ ਨੇ। ਗੁਰਮੁਖ ਹੰਸ ਗੁਰੂ ਸਾਗਰ ਦੇ ਵਿੱਚ ਟਿਕ ਕੇ ਉਸ ਪ੍ਰਾਨਪਤ ਪ੍ਰਭੂ ਨੂੰ ਮਿਲਦਾ ਹੈ, ਜੋ ਆਤਮਿਕ ਆਨੰਦ ਦਾ ਸੋਮਾ ਹੈ, ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਿਕ ਅਵਸਥਾ ਦੇ ਵਿੱਚ ਟਿਕੇ ਰਹਿੰਦੇ ਨੇ। ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਦੇ ਨਾਲ ਪ੍ਰੇਮ ਕਰਦਾ ਹੈ। ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖ ਹਉਮੈ ਮਾਰ ਕੇ ਤੇ ਸਾਧ ਸੰਗਤ ਦੇ ਵਿੱਚ ਟਿਕ ਕੇ ਉਸ ਆਨੰਦ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਨੇ। ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹਉਮੈ ਦੀ ਛਪੜੀ ਵਿੱਚ ਨਹਾਉਂਦਾ ਰਹਿੰਦਾ ਹੈ ਤੇ ਆਪਣੇ ਆਤਮਿਕ ਜੀਵਨ ਨੂੰ ਨਹੀਂ ਪਛਾਣਦਾ, ਉਹ ਹਉਮੈ ਵਿੱਚ ਭਟਕ ਭਟਕ ਕੇ ਦੁਖੀ ਹੁੰਦਾ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਕਰਕੇ ਸਹੇੜੀ ਹੋਈ ਆਤਮਿਕ ਮੌਤ ਉਸ ਨੂੰ ਸਦਾ ਦੁਖੀ ਕਰਦੀ ਹੈ। ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਆਤਮਿਕ ਮੌਤ ਦਾ ਲੇਖਾ ਹੀ ਆਪਣੇ ਮੱਥੇ ਤੇ ਲਿਖਾ ਕੇ ਇਸ ਜਗਤ ਦੇ ਵਿੱਚ ਆਇਆ ਤੇ ਇੱਥੇ ਵੀ ਆਤਮਿਕ ਮੌਤ ਹੀ ਵਿਹਾਜਦਾ ਰਿਹਾ। ਪਰ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿਫਤ ਸਲਾਹ ਹੀ ਨਿਤ ਉਚਾਰਦਾ ਹੈ, ਪੜ੍ਹਦਾ ਹੈ, ਸੁਣਦਾ ਹੈ ਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ, ਉਹ ਗੰਭੀਰ ਸੁਭਾਅ ਗ੍ਰਹਿਣ ਕਰਦਾ ਹੈ। ਉਹ ਮਨੁੱਖਾ ਜੀਵਨ ਦੇ ਫਰਜ਼ ਨੂੰ ਪਛਾਣਦਾ ਹੈ। ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਿਕ ਅਵਸਥਾ ਦੇ ਵਿੱਚ ਗਿਝਾ ਲੈਂਦਾ ਹੈ, ਜਿੱਥੇ ਮਾਇਆ ਦੇ ਤਿੰਨੇ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ ਸੁਤੇ ਹੀ ਜਤ ਸਤ ਤੇ ਸੰਜਮ ਉਸ ਦੇ ਹਿਰਦੇ ਵਿੱਚ ਲੀਨ ਰਹਿੰਦੇ ਨੇ। ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਉਸ ਦੀ ਭਟਕਣਾ ਦੂਰ ਹੋ ਜਾਂਦੀ ਹੈ। ਉਸ ਦਾ ਦੁਨੀਆ ਵਾਲਾ ਡਰ ਸਹਿਮ ਮੁੱਕ ਜਾਂਦਾ ਹੈ। ਨਾਨਕ ਵੀ ਉਸ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ, ਜਿਸ ਵਰਗਾ ਹੋਰ ਕੋਈ ਨਹੀਂ, ਜਿਸ ਦੀ ਸੋਹਣੀ ਸੂਰਤ ਤੇ ਜਿਸ ਦਾ ਵਜੂਦ ਆਦਿ ਤੋਂ ਹੀ ਚੱਲਿਆ ਆ ਰਿਹਾ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਵਾਹਿਗੁਰੂ
हर
जप मन जगन्नाथ जगदीश रो जगदीश रो जगदीश रो। ਹੁਣੇ ਅਸੀਂ ਇਹ ਰਾਗ ਸਾਰੰਗ ਦੇ ਵਿੱਚ ਸ਼ਬਦ ਸਰਵਣ ਕੀਤਾ, ਜਿਸ ਨੂੰ ਗਾਇਨ ਕੀਤਾ ਸੀ ਬੀਬੀ ਗੁਰਪ੍ਰੀਤ ਕੌਰ ਤੇ ਉਹਨਾਂ ਦੇ ਸਾਥੀਆਂ ਨੇ। ਤੇ ਆਓ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ ਫਸਟ ਮਹਿਲ ਸੈਕੰਡ ਹਾਊਸ ਅਸ਼ਟਪਦੀਸ। One universal creator God by the grace of the true Guru. The Guru is the ocean filled with pearls. The saints gather in the ambrosial nectar. They do not go far away from there. They taste the subtle essence of the Lord. They are loved by God. Within this pool, the swans find their Lord and the Lord of their souls. What can a poor crane accomplish by wading in the mud puddle? It sinks into the mire, and its filth is not washed away. Pause. After careful deliberation and thoughtful person takes a step, forsaking duality, he becomes a devotee of the formless Lord. He obtains the treasure of liberation and enjoys the sublime essence of the Lord. His comings and goings end, and the Guru protects him. The swan do not leave this pool. In loving devotion worship, they merge in the celestial Lord. The swans are in the pool, and the pool is in the swans. They speak the unspoken speech, and they honor and revere the Guru's word. The yogi, the primal Lord, sits within the celestial sphere of the deepest samadhi. He is not male and he is not female. How can anyone describe him? The three worlds continue to center their attention on his light. The silent sage and the yogic masters seek the sanctuary of the true Lord. The Lord is the source of bliss, the sport of helpless. The Gurmukhs worship and contemplate the celestial Lord. God is the lover of his devotees, the destroyer of fear. Subduing ego, one meets the Lord and places his feet on the path. He makes many efforts, but still the messenger of death tortures him. Destined only to die, he comes into the world. He wastes the precious human life through duality. He does not know his own self, and trapped by doubts, he cries out in pain. Speak, read, and hear the one Lord. The sport of the earth shall bless you with courage, righteousness, and protection. Chastity, purity, and self-restraint are infused into the heart when one centers his mind in the fourth state. They are immaculate and true, and filth does not stick to them. Through the word of the Guru's Shabad, their doubt and fear depart. The form and personality of the primal Lord are incomparably beautiful. Nanak begs the Lord and embodiment of truth. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਰਾਗ ਧਨਾਸਰੀ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦਾ ਇਹ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ, ਜਿਹਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਪਰਮਾਤਮਾ ਦਾ ਨਾਮ ਲੈਣ ਵਾਲੇ ਸੰਤ ਪੁਰਖ ਜਿਹੜੇ ਨੇ ਉਹ ਮੋਤੀ ਚੁਗਦੇ ਨੇ, ਤੇ ਜਿਹੜਾ
ਬੰਦਾ ਮਨ ਦੇ ਪਿੱਛੇ ਲੱਗਦਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਛਪੜੀ ਦੇ ਵਿੱਚ ਨਹਾ ਰਿਹਾ ਹੋਵੇ ਮਨਮੁਖ ਤੇ ਉੱਥੇ ਕੁਛ ਜਿਹੜਾ ਹੈ ਉਹਨੇ ਆਪਣਾ ਧੋਣਾ ਤਾਂ ਕੀ ਹੈ ਮੈਲ ਹੋਰ ਵੀ ਲੱਗ ਜਾਂਦੀ ਹੈ। ਸਤਿਗੁਰੂ ਜੀ ਸਾਨੂੰ ਫਿਰ ਉਸੇ ਪ੍ਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਦਿੰਦੇ ਨੇ। ਆਓ ਅਗਲਾ ਸ਼ਬਦ ਸਰਵਨ ਕਰਦੇ ਹਾਂ। कैसी आरती होए, कैसी आरती होए, कैसी आरती होए, कैसी आरती होए, अब खंडना तेरी आरती, अब खंडना तेरी आरती, कैसी आरती होए, कैसी आरती होए, पव खंडना तेरी आरती, पव खंडना तेरी आरती, कैसी आरती होए, कैसी आरती होए, गगन में थाल रव चंद दीपक बने, गगन में थाल रव चंद दीपक बने, तारका मंडल जनक मोती, तारका मंडल जनक मोती, उपमल आन लो पवन चवरो करे, उपमल आन लो पवन चवरो करे, सगल बन राय फुलंत ज्योति, सगल बन राय फुलंत ज्योति, कैसी आरती होए, कैसी आरती होए, पव खंडना तेरी आरती, पव खंडना तेरी आरती, कैसी आरती होए, कैसी आरती होए, सहस तब नैन नानक नैन है तोए को, सहस तब नैन नानक नैन है तोए को, सहस मूरत नना एक तो ही, सहस मूरत नना एक तो ही, सहस पद बिमल नन एक पद गंध बिन, सहस पद बिमल नन एक पद गंध बिन, सहस तब गंध इव चलत मोही, सहस तब गंध इव चलत मोही, कैसी आरती होए, कैसी आरती होए, पव खंडना तेरी आरती, पव खंडना तेरी आरती, कैसी आरती होए, कैसी आरती होए,
सब में जोत जोत है सोए, सब में जोत जोत है सोए, तिसके चानन सब में चानन होए। तिसके चानन सब में चानन होए, गुर साखी जोत प्रगट होए। गुर साखी जोत प्रगट होए, जो तिस पावै सो आरती होए, जो तिस पावै सो आरती होए। कैसी आरती होए, कैसी आरती होए, भवखंड ना तेरी आरती, भवखंड ना तेरी आरती। कैसी आरती होए, कैसी आरती होए। हर चरण कमल मकरंद लोभित मनो, हर चरण कमल मकरंद लोभित मनो। अन दिलो मोहे आही प्यासा, अन दिलो मोहे आही प्यासा। कृपा जल देह नानक सारंग को, कृपा जल देह नानक सारंग को। होए जाते तेरे नाम वासा, होए जाते तेरे नाम वासा। कैसी आरती होए, कैसी आरती होए, भवखंड ना तेरी आरती, भवखंड ना तेरी आरती। कैसी आरती होए, कैसी आरती होए। नाम तेरो आरती मजन मुरारे, हर के नाम बिन झूठे सगल पसारे। हर के नाम बिन झूठे सगल पसारे। कैसी आरती होए, कैसी आरती होए, भवखंड ना तेरी आरती, भवखंड ना तेरी आरती। कैसी आरती होए, कैसी आरती होए, कैसी आरती होए, कैसी आरती होए। ਹਾਂਜੀ, ਇਹ ਸਨ ਭਾਈ ਗੁਰਮੇਜ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ, ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਤੇ ਆਓ ਆਪਣੀਆਂ ਜਿਹੜੀਆਂ ਲੜੀਵਾਰ ਵਿਚਾਰਾਂ ਅਸੀਂ ਸ਼ੁਰੂ ਕੀਤੀਆਂ ਨੇ ਕੁਝ ਹਫ਼ਤੇ ਹੋਏ, ਗੁਰਮੁਖ ਸਿੱਖਿਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ। ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਪ੍ਰਵਚਨ ਨੇ, ਜਿਹੜੇ ਉਹਨਾਂ ਨੇ ਆਪਣੇ ਸਮੇਂ ਦੇ ਸਾਥੀਆਂ ਜਾਂ ਗੁਰਸਿੱਖਾਂ ਦੇ ਨਾਲ ਕੀਤੇ, ਤੇ ਉਹਨਾਂ ਨੇ ਇਹਨਾਂ ਦਾ ਸੰਗ੍ਰਹਿ ਕਰਕੇ ਇਸ ਕਿਤਾਬ ਦੇ ਰੂਪ ਦੇ ਵਿੱਚ ਛਾਪਿਆ, ਜਿਹੜਾ ਕਿ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਦੇ ਆ ਰਹੇ ਹਾਂ। ਤੇ ਕਈ ਵਾਰੀ ਬਹੁਤੀਆਂ ਗੱਲਾਂ ਜਿਹੜੀਆਂ ਨੇ ਰਿਪੀਟ ਹੁੰਦੀਆਂ ਨੇ, ਤੇ ਉਹਦਾ ਇੱਕ ਫਾਇਦਾ ਵੀ ਹੈ ਕਿ ਅਸੀਂ ਜਿਹੜਾ ਹੈ ਉਹਦਾ ਲਾਭ ਲੈ ਸਕੀਏ। ਤੇ
ਬਾਕੀ ਗੱਲ ਜਿਹੜੀ ਹੈ ਗੁਰਮਤਿ ਦੀ ਉਹ ਤਾਂ ਰਿਪੀਟ ਤਾਂ ਹਰ ਰੋਜ਼ ਹੀ ਹੁੰਦੀ ਹੈ ਕਿ ਨਾਮ ਜਪੋ, ਪਰ ਮਨ ਜਿਹੜਾ ਹੈ ਇੰਨਾ ਸਟਬਨ ਹੈ, ਇੰਨਾ ਸਖਤ ਹੈ, ਫਿਰ ਵੀ ਉਸ ਚੀਜ਼ ਨੂੰ ਮੰਨਦਾ ਨਹੀਂ। ਤੇ ਵਾਹਿਗੁਰੂ ਕਿਰਪਾ ਕਰੇ ਤੇ ਅਸੀਂ ਜਿਹੜੀ ਗੁਰਸਿੱਖਾਂ ਦੀ ਸਿੱਖਿਆ ਹੈ, ਗੁਰਬਾਣੀ ਦੀ ਸਿੱਖਿਆ ਹੈ, ਉਹਦੇ ਨਾਲ ਜੁੜ ਸਕੀਏ। ਇਹ ਪ੍ਰਵਚਨ ਭਾਈ ਸਾਹਿਬ ਨੇ 9 ਅਪ੍ਰੈਲ 1954 ਵਾਲੇ ਦਿਨ ਕੀਤੇ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨ ਹੈ ਨਿਰੰਜਨ ਜਾਣਿਆ। ਸੁਖਮਨੀ ਸਾਹਿਬ। ਸ਼ਹਿਦ ਦੀ ਮੱਖੀ ਫੁੱਲ ਤੇ ਬਹਿੰਦੀ ਹੈ, ਰਸ ਚੂਸਣ ਵਾਸਤੇ ਥੋੜਾ ਜਿਹਾ ਚਿਰ ਉਹ ਫੁੱਲ ਤੇ ਬੈਠੀ ਹੁੰਦੀ ਹੈ ਤਾਂ ਚੁੱਪ ਹੁੰਦੀ ਹੈ। ਜਦ ਫੁੱਲ ਤੋਂ ਉੱਠਦੀ ਹੈ ਤੇ ਫਿਰ ਭੀਂ ਭੀਂ ਕਰਦੀ ਫੁੱਲ ਦੇ ਇਰਦ ਗਿਰਦ ਚੱਕਰ ਲਾਉਣ ਲੱਗ ਪੈਂਦੀ ਹੈ। ਇਸ ਤਰ੍ਹਾਂ ਨਾਮੀ ਤੋਂ ਜਦ ਸਿਮਰਨ ਵਾਲੇ ਦੀ ਸੁਰਤ ਉੱਠਦੀ ਹੈ, ਉਹ ਸਿਮਰਨ ਜਾਰੀ ਰੱਖਦਾ ਹੈ। ਇਸ ਸਾਈਂ ਦੀ ਸਿੱਕ ਦੇ ਵਿੱਚ ਰਹਿਣਾ ਹੈ। ਮੱਖੀ ਵਾਂਗੂ ਵਾਹਿਗੁਰੂ ਦੇ ਨਜ਼ਦੀਕ ਹੀ ਰਹੀਦਾ ਹੈ। ਭੁਲਾਵੇ ਦੀ ਲੰਬੀ ਵਿੱਥ ਨਹੀਂ ਪੈਣ ਦੇਈਦੀ। ਨਸੀਹਤ ਦਾ ਨਿਚੋੜ ਇਹ ਹੈ ਕਿ ਸਦਾ ਲੱਗੇ ਰਹੋ। ਵਾਹਿਗੁਰੂ ਵਾਹਿਗੁਰੂ ਕਰਕੇ ਮੈਨੂੰ ਠੰਡ ਪਈ ਹੈ, ਮੈਂ ਸਭ ਨੂੰ ਇੰਝ ਹੀ ਕਰਨ ਨੂੰ ਕਹਿੰਦਾ। ਵਾਹਿਗੁਰੂ ਦਾ ਸਿਮਰਨ ਦੁੱਖ ਦੂਰ ਕਰਦਾ ਹੈ ਤੇ ਫਿਰ ਦੁੱਖ ਨੂੰ ਆਉਣ ਨਹੀਂ ਦਿੰਦਾ। ਅਗਲਾ ਪ੍ਰਵਚਨ 10 ਅਪ੍ਰੈਲ 1954। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਹਿ ਜਾਨ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਹਿ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਜੈ ਘਟ ਸਿਮਰਨ ਰਾਮ ਕੋ, ਸੋ ਨਰ ਮੁਕਤਾ ਜਾਨ। ਤੈ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦੀ ਉਚਾਰਨ ਕੀਤੀ ਹੋਈ ਬਾਣੀ, ਸ਼ਲੋਕ ਮਹੱਲਾ 9 ਦੇ ਵਿੱਚ। ਨਾਮ ਦੇ ਨਾਲ ਸਾਡੇ ਵਿੱਚ ਵਿਵੇਕ ਬੁੱਧ ਦਾ ਪ੍ਰਕਾਸ਼ ਉੱਚਾ ਤੇ ਸੁੱਚਾ ਬਣੇਗਾ, ਸਾਨੂੰ ਨਿਰਮਲ ਬਣਾਏਗਾ। ਨਾਮ ਸਿਮਰਨ ਵਾਲੇ ਦਾ ਮਨ ਕੋਮਲ ਹੋ ਜਾਂਦਾ ਹੈ, ਪਰ ਅਸਾਂ ਬਰਦਾਸ਼ਤ ਸਿੱਖਣੀ ਹੈ। ਨਾਮ ਆਖਰਕਾਰ ਨਾਮੀ ਦੇ ਵਿੱਚ ਲੈ ਜਾਂਦਾ ਹੈ। ਸਾਨੂੰ ਸਹਿਣਸ਼ੀਲਤਾ ਚਾਹੀਦੀ ਹੈ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਨਾਮ ਦੀਆਂ ਬਰਕਤਾਂ ਲਿਖੀਆਂ ਹਨ, ਸਭ ਠੀਕ ਹਨ, ਪਰ ਜਦ ਅਸੀਂ ਨਾਮ ਦੀਆਂ ਉਤਲੀਆਂ ਮੰਜ਼ਲਾਂ ਵਿੱਚ ਪਹੁੰਚਾਂਗੇ ਤਾਂ ਇਹ ਸਾਡੇ ਤੇ ਘਟਣਗੀਆਂ। ਸਾਨੂੰ ਥੋੜ੍ਹੇ ਵਿੱਚ ਨਿਰਾਸ਼ ਨਹੀਂ ਹੋ ਜਾਣਾ ਚਾਹੀਦਾ। ਨਾਮ ਸਿਮਰਨ ਵਾਲੇ ਦੇ ਵਿੱਚ ਸਿੱਧੀ ਹੁੰਦੀ ਹੈ। ਜਿਹੜਾ ਆਪ ਨਾਮ ਜਪ ਕੇ ਰਸ ਲੈ ਰਿਹਾ ਹੈ, ਉਹ ਦੂਸਰਿਆਂ ਨੂੰ ਜਪਣ ਵਾਸਤੇ ਕਹੇਗਾ ਤਾਂ ਅਸਰਦਾਰ ਹੋਵੇਗਾ। ਇਹ ਗੱਲ ਜਿਹੜੀ ਭਾਈ ਸਾਹਿਬ ਨੇ ਬੜੀ ਜਿਹੜੀ ਹੈ ਸਾਨੂੰ ਸਮਝਾਈ ਹੈ ਕਿ ਕਿਵੇਂ ਫਰਕ ਹੈ। ਜਿਹੜਾ ਕੋਈ ਨਾਮ ਜਪਦਾ ਹੈ, ਜਦੋਂ ਉਹ ਕਿਸੇ ਨੂੰ ਕਹਿੰਦਾ ਹੈ ਕਿ ਨਾਮ ਜਪ, ਤਾਂ ਉਹਦੇ ਬੋਲਾਂ ਦੇ ਵਿੱਚ ਅਸਰ ਹੁੰਦਾ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ। ਸ੍ਰੀ ਰਾਗ ਮਹੱਲਾ 5। ਇੱਕ ਫਕੀਰ ਮੌਲਾ ਦੀ ਯਾਦ ਦੇ ਵਿੱਚ ਮਗਨ ਇੱਕ ਬੱਕਰੀ ਦੇ ਲੇਲੇ ਨੂੰ ਕਣਕ ਦੇ ਵਿੱਚੋਂ ਖੇਤ ਦੇ ਵਿੱਚੋਂ ਕਣਕ ਪੁੱਟ ਕੇ ਖੁਆ ਰਿਹਾ ਸੀ। ਜ਼ਿਮੀਂਦਾਰ ਦਾ ਆਪਣਾ ਲੱਕ ਟੁੱਟ ਗਿਆ। ਕਿਸੇ ਨੇ ਫਕੀਰ ਨੂੰ ਪੁੱਛਿਆ, ਇਹ ਕਿਵੇਂ ਹੋਇਆ? ਫਕੀਰ ਨੇ ਕਿਹਾ, ਮੈਂ ਤਾਂ ਕੁਝ ਨਹੀਂ ਕੀਤਾ, ਕੋਈ ਬਦਦੁਆ ਨਹੀਂ ਦਿੱਤੀ, ਮੈਂ ਤਾਂ ਸਗੋਂ ਜ਼ਿਮੀਂਦਾਰ ਦੇ ਮਾਰਨੇ ਨੂੰ ਨਿਆਂ ਭਰਪੂਰ ਸਮਝਦਾ। ਪਰ ਗੱਲ ਇਹ ਹੈ ਕਿ ਜਦ ਜ਼ਿਮੀਂਦਾਰ ਨੇ ਇਸ ਸਰੀਰ ਤੇ ਲਾਠੀ ਮਾਰੀ ਤਾਂ ਮੇਰੇ ਤੇ ਸਾਈਂ ਦੇ ਬੁੜੂਏ ਫਸੇ ਹੋਏ ਸਨ, ਭਾਵ ਕੇ ਜੁੜਿਆ ਹੋਇਆ ਸੀ। ਸੋ ਇੱਥੇ ਸਿੱਧੀ ਗੱਲ ਹੈ ਕਿ ਜਦੋਂ ਉਹ ਜਿਹੜਾ ਫਕੀਰ ਸੀ, ਹੁਣ ਕਿਸੇ ਦੀ ਕਣਕ ਹੈ, ਉਹਨੂੰ ਪੱਟ ਕੇ ਖੁਆ ਰਿਹਾ ਹੋਵੇ ਲੇਲੇ ਨੂੰ, ਬੱਕਰੀ ਨੂੰ, ਤੇ ਜ਼ਰੂਰੀ ਗੱਲ ਹੈ ਕਿ ਉਹ ਜਿਹੜਾ ਜ਼ਿਮੀਂਦਾਰ ਸੀ ਉਹਨੂੰ ਗੁੱਸਾ ਆਇਆ ਹੋਵੇਗਾ ਤੇ ਉਹਨੇ ਡਾਂਗ ਮਾਰੀ ਹੋਊਗੀ ਫਕੀਰ ਦੇ। ਤੇ ਕਹਿੰਦੇ ਆ ਜੇ ਡਾਂਗ ਫਕੀਰ ਦੇ ਲੱਗੀ ਤਾਂ ਲੱਕ ਜਿਹੜਾ ਹੈ ਜ਼ਿਮੀਂਦਾਰ ਦਾ ਟੁੱਟ ਗਿਆ। ਸੋ ਇੱਥੇ ਫਕੀਰ ਜਿਹੜਾ ਹੈ ਉਹ ਸਮਝਾਉਂਦਾ ਹੈ ਕਿ ਮੈਂ ਕੁਛ ਨਹੀਂ ਕੀਤਾ, ਨਾ ਹੀ ਮੈਂ ਕੋਈ ਬਦਦੁਆ ਦਿੱਤੀ ਹੈ, ਪਰ ਕਿਉਂਕਿ ਮੈਂ ਉਸ ਵੇਲੇ ਉਸ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਸਾਂ,
ਤੇ ਜਿਹੜੀ ਲਾਠੀ ਮੈਨੂੰ ਨਹੀਂ, ਉਸ ਪਰਮਾਤਮਾ ਨੂੰ ਲੱਗੀ ਹੈ। ਸਾਈਂ ਮੈਨੂੰ ਪਿਆਰ ਕਰ ਰਿਹਾ ਸੀ, ਮੈਂ ਉਸ ਦੀ ਪਿਆਰ ਕਲਾਈ ਦੇ ਵਿੱਚ ਸਾਂ। ਇਹ ਸੱਟ ਉਸ ਤੇ ਲੱਗੀ ਤੇ ਉਸਨੇ ਬੁਰਾ ਮਨਾਇਆ ਤੇ ਜ਼ਿਮੀਂਦਾਰ ਦਾ ਲੱਕ ਆਪਣਾ ਟੁੱਟ ਗਿਆ। ਇਸ ਤੋਂ ਇਹ ਗੱਲ ਵੀ ਸਮਝਣੀ ਚਾਹੀਦੀ ਹੈ ਕਿ ਸਿਮਰਨ ਵਾਲਾ ਜਦ ਸਾਈਂ ਦੀ ਯਾਦ ਦੇ ਵਿੱਚ ਬੈਠਾ ਹੋਵੇ ਤਾਂ ਉਹਨੂੰ ਛੇੜਨਾ ਨਹੀਂ ਚਾਹੀਦਾ। ਮਤ ਸਾਈਂ ਉਸ ਦੇ ਉਹ ਮੇਲ ਦੇ ਵਿੱਚ ਬੈਠਾ ਹੈ, ਨਾਰਾਜ਼ ਨਾ ਹੋ ਜਾਵੇ। ਵਾਹਿਗੁਰੂ ਨਾਮ ਰਸਨਾ ਨਾਲ ਜਪੋ। ਆਪ ਹੀ ਜਦ ਇਹ ਸੁਰਤ ਦੇ ਵਿੱਚ ਉਤਰ ਜਾਵੇਗਾ ਤੇ ਹਉ ਚੁੱਪ ਹੋ ਜਾਵੇਗੀ। ਜਿਹੜਾ ਬੋਲਦਾ ਹੈ ਮਨ ਹਉ। ਨਾਮ ਜਪ ਕੇ ਜਦੋਂ ਅਸੀਂ ਜੀਰੋ ਭਾਵ ਕੇ ਖਾਲੀ ਹੋ ਜਾਵਾਂਗੇ, ਹਉ ਨਿਕਲ ਜਾਵੇਗੀ, ਸਾਡੇ ਮਨ ਦੇ ਵਿੱਚ ਵੈਕਿਊਮ ਆ ਜਾਵੇਗਾ, ਖਲਾ ਪੈਦਾ ਹੋ ਜਾਵੇਗਾ, ਤਾਂ ਸਾਡੇ ਵਿੱਚ ਵਾਹਿਗੁਰੂ ਆਪ ਹੀ ਆ ਵਸੇਗਾ। ਵਾਹਿਗੁਰੂ ਨੂੰ ਅਸਾਂ ਆਪਣਾ ਆਪਾ ਦੇਣਾ ਹੈ। ਨਾਮ ਅਮੁੱਲ ਵਸਤੂ ਹੈ, ਇਸ ਨੂੰ ਸਿਰਫ ਪਾਰਖੂ ਅੱਗੇ ਦੱਸੋ। ਬਗੈਰ ਗਾਹਕ ਦੇ ਨਾਮ ਦੀ ਕੀਮਤ ਨਹੀਂ ਪੈਂਦੀ। ਹਾਫਿਜ਼ ਨੇ ਕਿਹਾ ਕਿ ਨਾਮ ਖਾਲਸ ਖਾਸ ਵਾਸਤੇ ਹੈ, ਆਮ ਲੋਕਾਂ ਵਾਸਤੇ ਨਹੀਂ। ਵਾਹਿਗੁਰੂ ਦਾ ਇੱਕ ਗੁਣ ਪ੍ਰਿਆ ਵੀ ਹੈ। ਉਸ ਨੇ ਇਨਸਾਨ ਨੂੰ ਪ੍ਰੇਮ ਕਰਨ ਵਾਸਤੇ ਬਣਾਇਆ ਹੈ। ਬ੍ਰਹਮ ਤਾਂ ਉਹ ਆਪ ਹੀ ਹੈ, ਉਸ ਨੂੰ ਹੋਰ ਬ੍ਰਹਮ ਬਣਾਉਣ ਦੀ ਕੀ ਲੋੜ ਸੀ। ਵਾਹਿਗੁਰੂ ਦਾ ਸਿਮਰਨ ਅਸਾਂ ਕਦੇ ਨਹੀਂ ਛੱਡਣਾ। ਜਿਹੜੇ ਬ੍ਰਹਮ ਬਣ ਕੇ ਸਿਮਰਨ ਛੱਡ ਬਹਿੰਦੇ ਨੇ, ਉਹ ਉਸ ਤੋਂ ਦੂਰ ਜਾ ਪੈਂਦੇ ਨੇ। ਜੇ ਕਿਸੇ ਦਾ ਨਾਮ ਦਿੱਤਾ ਅਸਰਦਾਰ ਨਹੀਂ ਹੁੰਦਾ ਤੇ ਨਾਮ ਦੇਣ ਵਾਲੇ ਵਿੱਚ ਹਜੇ ਕਮੀ ਹੈ। ਉਸ ਨੂੰ ਆਪ ਨਾਮ ਦੀ ਪ੍ਰਾਪਤੀ ਨਹੀਂ ਹੋਈ। ਨਾਮ ਸਿਮਰਨ ਦੇ ਨਾਲ ਅਸੀਂ ਨਿਰਮਲ ਤੇ ਉੱਚੇ ਹੁੰਦੇ ਹਾਂ। ਯੋਗ ਨਾਲ ਜੋ ਹਾਸਲ ਹੁੰਦਾ ਹੈ, ਉਹ ਨਾਮ ਸਿਮਰਨ ਦੇ ਨਾਲ ਸਹਿਜੇ ਹੀ ਹੋ ਜਾਂਦਾ ਹੈ। ਭਾਵੇਂ ਸਮਾਂ ਘੱਟ ਲੱਗੇ, ਪਰ ਉਸ ਵਿੱਚ ਵਿਘਨ ਦਾ ਖਦਸ਼ਾ ਹੈ। ਸਿਮਰਨ ਦੇ ਮਾਰਗ ਦੇ ਵਿੱਚ ਵਿਘਨ ਨਹੀਂ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਨ ਕਰਦੇ ਹਾਂ। ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ ਵਿਛੜੇ ਥੇ ਮਾਧੋ, ਜਨਮ ਤੁਮਾਰੇ ਜਨਮ ਤੁਮਾਰੇ ਲਿਖੇ, ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ,
सर दीन दयाल ना तुम सर हम सर दीन दयाल ना तुम सर अब पतियार क्या किया अब पतियार क्या कीजे बचनी तो मोर मन माने बचनी तो मोर मन माने जन को पूरन दिया जन को पूरन दीजे बहुत जन्म बिछड़े थे मानो बहुत जन्म बिछड़े थे मानो ये जन्म तुम्हारे लिखे ये जन्म तुम्हारे लिखे कह रविदास आस लग जीवो कह रविदास आस लग जीवो सिर दर्शन देखे बहुत जन्म बिछड़े थे माधो बल बल जाओ रमैया करने बल बल जाओ रमैया करने कारण कवन अबोल कारण कवन अबोल बहुत जन्म बिछड़े थे माधो बहुत जन्म बिछड़े थे माधो ये जन्म तुम्हारे लेके कह रविदास आस लग जीवो कह रविदास आस लग जीवो चिर पयो दर्शन देखे चिर पयो दर्शन देखे बहुत जन्म बिछड़े थे माधो बहुत जन्म बिछड़े थे माधो ये जन्म तुम्हारे लिखे ये जन्म तुम्हारे लिखे कह रविदास आस लग जीवो कह रविदास आस लग जीवो चिर दर्शन देखे बहुत जन्म बिछड़े थे माधो ये जन्म तुम्हारे लिखे ये जन्म तुम्हारे लिखे बहुत जन्म बिछड़े थे माधो बहुत जन्म बिछड़े थे माधो बहुत जन्म बिछड़े थे माधो।
ਹਾਂਜੀ, ਇਹ ਸਨ ਭਾਈ ਅਮਰੀਕ ਸਿੰਘ ਜੀ ਜ਼ਖਮੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ 97.3 FM ਤੇ ਕੋਹਿਨੂਰ ਰੇਡੀਓ ਤੋਂ। ਤੇ ਆਓ ਜਿਹੜੀਆਂ ਵਿਚਾਰਾਂ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਅਗਲਾ ਪ੍ਰਵਚਨ ਹੈ ਉਹ 19 ਮਾਰਚ 1955 ਦਾ ਹੈ। ਭਾਈ ਸਾਹਿਬ ਨੇ ਗੁਰਬਾਣੀ ਦੀ ਇਹ ਤੁਕ ਦੇ ਨਾਲ ਇਹ ਪ੍ਰਵਚਨ ਜਿਹੜਾ ਹੈ ਸ਼ੁਰੂ ਕੀਤਾ ਹੈ। ਬਹੁਤ ਹੀ ਛੋਟਾ ਜਿਹਾ ਹੈ ਪ੍ਰਵਚਨ ਵੀ। ਸੰਚ ਹਰ ਧਨ ਪੂਜ ਸਤਿਗੁਰ, ਸੰਚ ਹਰ ਧਨ ਪੂਜ ਸਤਿਗੁਰ, ਛੋੜ ਸਗਲ ਬੇਕਾਰ। ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਚ ਹਰ ਧਨ ਪੂਜ ਸਤਿਗੁਰ, ਛੋੜ ਸਗਲ ਬੇਕਾਰ। ਜਿਨ ਤੂੰ ਸਾਜ ਸਵਾਰਿਆ, ਹਰ ਸਿਮਰ ਹੋਏ ਉਧਾਰ। ਜਪ ਮਨ ਨਾਮ ਏਕ ਅਪਾਰ। ਇਸ ਸ਼ਬਦ ਦੇ ਵਿੱਚ ਸਤਿਗੁਰੂ ਨੇ ਉਹ ਉਪਦੇਸ਼ ਕ੍ਰਿਸਟਲਾਈਜ਼ ਭਾਵ ਕਿ ਸੌਖਾ ਤੇ ਸੰਖੇਪ ਦੇ ਵਿੱਚ ਕਰਕੇ ਦੱਸਿਆ ਹੈ ਜੋ ਅਸਾਂ ਹਰ ਇੱਕ ਨੇ ਹਰ ਰੋਜ਼ ਕਰਨਾ ਹੈ। ਸਾਡੇ ਗੁਰੂ ਸਾਹਿਬਾਂ ਦਾ ਸਰੀਰ ਪੰਜਾਂ ਤੱਤਾਂ ਦਾ ਬਣਿਆ ਹੋਇਆ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦੇਹ ਵੀ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਪਰ ਦੋਹਾਂ ਵਿੱਚ ਜੋਤੀ ਉਹੋ ਹੀ ਹੈ। ਅਗਲਾ ਪ੍ਰਵਚਨ 22 ਮਾਰਚ 1955। ਇੱਕ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੈ ਤੇ ਦੂਸਰਾ ਆਪਣਾ ਆਚਰਣ ਉੱਚਾ ਬਣਾਈ ਰੱਖਣਾ ਹੈ। ਤਰੀਕਾ ਇਹੀ ਹੈ ਕਿ ਸਿਮਰਨ ਨੂੰ ਹੀ ਆਪਣਾ ਨਿਸ਼ਾਨਾ ਬਣਾਈ ਰੱਖੀਏ। ਸਿਮਰਨ ਕਰਦੇ ਕਰਦੇ ਕਦੇ ਵਾਹਿਗੁਰੂ ਦੀ ਛੋਹ ਪ੍ਰਾਪਤ ਹੋ ਜਾਂਦੀ ਹੈ, ਜਿਸ ਨਾਲ ਇਨਸਾਨ ਉੱਚਾ ਤੇ ਹਲਕਾ ਪ੍ਰਤੀਤ ਕਰਦਾ ਹੈ। ਬਾਕੀ ਜੋ ਲੋਕਾਂ ਨੇ ਤਰੱਦਦ ਕੀਤੇ ਤੇ ਰਸ ਨਾ ਪਿਆ, ਉਹ ਮੁਰਸ਼ਦ ਦੇ ਵਿੱਚ ਕਮੀ ਹੋਣ ਕਰਕੇ ਕੀਤੇ। ਮੈਨੂੰ ਇੱਕ ਪੰਡਿਤ ਨੇ ਕਿਹਾ ਕਿ ਤੁਸੀਂ ਕ੍ਰਿਸ਼ਨ ਨੂੰ ਸਿੱਧ ਕਰ ਲਵੋ। ਮੈਂ ਕਿਹਾ, ਕ੍ਰਿਸ਼ਨ ਕਿੱਥੇ ਹੈ? ਉਸ ਨੇ ਤੇ ਕਿਹਾ, ਉਹ ਹਰ ਥਾਂ ਹੈ, ਅਵਜੁਕਤ ਸਰੂਪ ਹੈ। ਮੈਂ ਕਿਹਾ, ਜਿਸ ਕ੍ਰਿਸ਼ਨ ਨੇ ਗੀਤਾ ਦਾ ਉਪਦੇਸ਼ ਕੀਤਾ ਹੈ ਉਹ ਤਾਂ ਵਿਅਕਤੀ ਸੀ। ਪਰਮਾਰਥ ਵਿੱਚ ਤਰੱਕੀ ਵਾਸਤੇ ਵਿਅਕਤੀ ਮੁਰਸ਼ਦ ਦੀ ਜ਼ਰੂਰਤ ਹੈ। ਫਰੀਦ ਜੀ ਦਾ ਵੀ ਪ੍ਰਸਿੱਧ ਵਚਨ ਹੈ ਜੋ ਕਿ ਲੋਕ ਪ੍ਰਸਿੱਧ ਹੈ, ਉੱਠ ਫਰੀਦਾ ਗਵਨ ਕਰ ਦੁਨੀਆ ਦੇਖਣ ਜਾ, ਮਤ ਕੋਈ ਬਖਸ਼ਿਆ ਮਿਲ ਪਵੀ ਤੂੰ ਵੀ ਬਖਸ਼ਿਆ ਜਾ। ਭਾਵੇਂ ਕਿ ਇਹ ਸ਼ਲੋਕ ਜਿਹੜਾ ਹੈ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਹੀਂ, ਪਰ ਆਮ ਲੋਕਾਂ ਤੋਂ ਸੁਣੀਦਾ ਹੈ। ਬਖਸ਼ੇ ਹੋਏ ਬੀਤਕਾਰ ਨੂੰ ਮਿਲਣ ਦੀ ਜ਼ਰੂਰਤ ਹੈ, ਪਰ ਉਹ ਮੁਰਸ਼ਦ ਹੈ। ਇੱਥੇ ਫਰਕ ਹੈ, ਮੁਰਸ਼ਦ ਹੈ ਉਹ, ਗੁਰੂ ਨਹੀਂ। ਸੋ ਇਹ ਜਿਹੜਾ ਹੈ ਭਾਈ ਸਾਹਿਬ ਨੇ ਬਹੁਤ ਵੀ ਵੱਡੀ ਗੱਲ ਜਿਹੜੀ ਹੈ ਦੱਸੀ ਹੈ ਕਿ ਮੁਰਸ਼ਦ ਤੇ ਗੁਰੂ ਦੇ ਵਿੱਚ ਫਰਕ। ਜਿਵੇਂ ਅਸੀਂ ਕਿਸੇ ਨੂੰ ਮੁਰਸ਼ਦ ਧਾਰੀਏ, ਕੋਈ ਗੁਰਸਿੱਖ ਹੋਵੇ ਸਾਨੂੰ ਰਾਹ ਦੱਸੇ, ਪਰ ਉਹ ਗੁਰੂ ਨਹੀਂ ਹੋ ਸਕਦਾ। ਗੁਰੂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੀ ਹਨ। ਕਈ ਕਹਿੰਦੇ ਸੁਣੇ ਹਨ ਕਿ ਅਸਾਂ ਗੁਰੂ ਸਿੱਧ ਕੀਤਾ ਹੈ, ਪਰ ਗੁਰੂ ਨਾਨਕ ਦੇ ਨਿਵਾਸ ਵਾਸਤੇ ਮਨ ਦੇ ਬੜੇ ਨਿਰਮਲ ਹੋਣ ਦੀ ਜ਼ਰੂਰਤ ਹੈ। ਜਦ ਮਨ ਸ਼ੁੱਧ ਨਹੀਂ ਹੁੰਦਾ ਤਾਂ ਭੂਤ ਪ੍ਰੇਤ ਹੀ ਗੁਰੂ ਬਣ ਬੈਂਦੇ ਨੇ। ਕਈ ਵੇਖੇ ਨੇ ਜੋ ਇਸ ਕਿਸਮ ਦੀਆਂ ਰੂਹਾਂ ਦੇ ਦਬਾਅ ਹੇਠ ਹੁੰਦੇ ਨੇ, ਉਹਨਾਂ ਦੀ ਇਹ ਹਾਲਤ ਆਮ ਲੋਕਾਂ ਦੀ ਹਾਲਤ ਨਾਲੋਂ ਵੀ ਬੁਰੀ ਹੁੰਦੀ ਹੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਇੱਕ ਪਾਸੇ ਸਿੱਖ ਨੂੰ ਦੱਸਿਆ ਹੈ ਕਿ ਸੰਤਾਂ ਦੇ ਪੈਰਾਂ ਦੀ ਧੂੜ ਲੱਭੋ, ਤੇ ਦੂਜੇ ਪਾਸੇ ਸੰਤ ਨੂੰ ਹਦਾਇਤ ਕੀਤੀ ਹੈ ਕਿ ਨਿਮਰਤਾ ਤੇ ਗਰੀਬੀ ਵਿੱਚ ਰਹੇ। ਇਸ ਤਰ੍ਹਾਂ ਦਾ ਬੈਲੈਂਸ ਰੱਖਣਾ ਔਖਾ ਹੈ। ਆਮ ਤੌਰ ਤੇ ਸਾਡੀ ਸੁਰਤ ਸਿੱਧੀ ਪਈ ਹੁੰਦੀ ਹੈ, ਨਾਮ ਸਿਮਰਨ ਕਰਕੇ ਇਹ ਖੜੀ ਹੋ ਜਾਂਦੀ ਹੈ। ਫਿਰ ਇਹ ਆਪਣੇ ਆਪ ਆਪਣੀ ਸੁਤੰਤਰਤਾ ਪ੍ਰਤੀਤ ਕਰਦੀ ਹੈ ਤੇ ਦੂਸਰੇ ਦੇ ਦਬਾਅ ਹੇਠ ਨਹੀਂ ਆਉਂਦੀ। ਜਦ ਮਨ ਇਕਸੁਰ ਹੋਇਆ ਹੋਵੇ ਤਾਂ ਚਿੜੀਆਂ ਬੋਲਦੀਆਂ ਵੀ ਵਾਹਿਗੁਰੂ ਵਾਹਿਗੁਰੂ ਜਪਦੀਆਂ ਪ੍ਰਤੀਤ ਹੁੰਦੀਆਂ ਨੇ। ਸਿਮਰਨ ਵਾਸਤੇ ਅੱਖਰ ਵਾਹਿਗੁਰੂ ਹੀ ਹੈ, ਨਾ ਹੀ ਸਤਨਾਮ ਵਾਹਿਗੁਰੂ ਤੇ ਨਾ ਵਾਹਿਗੁਰੂ ਜੀ। ਸੋ ਉਹਨਾਂ ਨੇ ਸਪਸ਼ਟ ਕੀਤਾ ਕਿ ਸਿਮਰਨ ਦੇ ਵਾਸਤੇ ਅੱਖਰ ਵਾਹਿਗੁਰੂ ਹੀ ਹੈ, ਸਤਨਾਮ ਵਾਹਿਗੁਰੂ ਨਹੀਂ। ਤੇ ਨਾ ਹੀ ਕਈ ਵਾਰੀ ਕਹਿ ਦਿੰਦੇ ਅਸੀਂ ਵਾਹਿਗੁਰੂ ਜੀ ਵਾਹਿਗੁਰੂ ਜੀ।
ਅਗਲਾ ਪ੍ਰਵਚਨ 10 ਅਪ੍ਰੈਲ 1955। ਇਸ ਮਾਰਗ ਵਿੱਚ ਘਾਬਰਨਾ ਨਹੀਂ ਚਾਹੀਦਾ, ਨਾਮ ਹੀ ਪ੍ਰਾਪਤੀ ਹੈ। ਸੰਤ ਲਖਵੀਰ ਸਿੰਘ ਜੀ ਕਿਹਾ ਕਰਦੇ ਸਨ ਕਿ ਮੈਂ ਸਮੁੰਦਰ ਦੇ ਵਿੱਚ ਗੋਤੇ ਖਾ ਰਿਹਾ ਸਾਂ। ਸਹਿਬਨ ਹੀ ਮੇਰੇ ਹੱਥ ਇੱਕ ਚੱਲਦੇ ਜਹਾਜ਼ ਦਾ ਖੁੰਡ, ਮੇਰਾ ਹੱਥ ਚੱਲਦੇ ਜਹਾਜ਼ ਦੇ ਖੁੰਡ ਨੂੰ ਪੈ ਗਿਆ। ਹੁਣ ਮੈਂ ਉਸ ਜਹਾਜ਼ ਦੇ ਆਸਰੇ ਤਰ ਰਿਹਾ ਹਾਂ। ਜ਼ੋਰ ਨਹੀਂ ਲਾਉਣਾ ਪੈਂਦਾ, ਡੁੱਬਣ ਦਾ ਵੀ ਡਰ ਨਹੀਂ। ਇਹ ਖੁੰਡ ਨਾਮ ਹੈ, ਇਹ ਮੈਂ ਘੁੱਟ ਕੇ ਫੜਿਆ ਹੋਇਆ ਹੈ। ਗੁਰੂ ਸਾਹਿਬ ਨੇ ਇੱਕ ਪਾਸੇ ਗੁਰਮੁਖ ਨੂੰ ਇਹ ਕਿਹਾ ਹੈ ਕਿ ਕੁਛ ਬਣ ਕੇ ਨਹੀਂ ਬੈਠਣਾ। ਜਿਹੜੇ ਬਣਦੇ ਨੇ ਉਹ ਫਸ ਜਾਂਦੇ ਨੇ, ਜਿਵੇਂ ਕਿ ਨਲਣੀ ਵਿੱਚ ਤੋਤਾ। ਦੂਸਰੇ ਪਾਸੇ ਸਿੱਖ ਨੂੰ ਸਮਝਾਇਆ ਹੈ ਕਿ ਗੁਰਮੁਖ ਦੇ ਪੈਰੀਂ ਪੈਣਾ ਹੈ। ਹਾਸ ਰਸ ਇਹ ਇਵੇਂ ਹੈ ਜਿਵੇਂ ਇੱਕ ਪਾਸੇ ਚੋਰ ਨੂੰ ਕਿਹਾ ਜਾਵੇ ਤੂੰ ਚੋਰੀ ਕਰ, ਦੂਜੇ ਪਾਸੇ ਘਰ ਵਾਲਿਆਂ ਨੂੰ ਖਬਰਦਾਰ ਰਹਿਣ ਦੀ ਤਾਕੀਦ ਕੀਤੀ ਜਾਵੇ। ਦੋਹਾਂ ਧਿਰਾਂ ਨੇ ਆਪਣੇ ਆਪਣੇ ਵਾਸਤੇ ਜੋ ਹੁਕਮ ਹੈ ਉਹਦਾ ਪਾਲਣ ਕਰਨਾ ਹੈ। ਗੁਰੂ ਸਾਹਿਬ ਦਾ ਉਪਦੇਸ਼ ਸੱਚਾ ਹੈ। ਗੁਰੂ ਸਾਹਿਬ ਨੇ ਕਿਹਾ ਹੈ ਕਿ ਅੰਨ ਖਾ ਤੇ ਨਾਮ ਸਿਮਰ, ਵਰਤ ਰੱਖ ਕੇ ਨਾਮ ਜਪਣ ਨੂੰ ਨਹੀਂ ਕਿਹਾ। ਉਹਨਾਂ ਨੇ ਧਨ ਦੀ ਰੱਖਿਆ ਵਾਸਤੇ ਅੰਨ ਦੀ ਜ਼ਰੂਰਤ ਦਾ ਅਹਿਸਾਸ ਉਹਨਾਂ ਨੂੰ ਸੀ, ਤਦੇ ਹੀ ਤਾਂ ਉਹਨਾਂ ਨੇ ਕਿਹਾ ਹੈ ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ, ਨਾਨਕ ਸੋ ਪ੍ਰਭ ਸਿਮਰਿਐ ਤਿਸ ਦੇਹੀ ਕੋ ਪਾਲ। ਬਾਰ ਬਿਹਾਗੜਾ ਮਹੱਲਾ 5। ਕਬੀਰ ਜੀ ਦਾ ਵਾਕ ਹੈ ਜਪੀਏ ਨਾਮ ਅੰਨ ਕੈ ਸਾਧ, ਗੌਂਡ ਕਬੀਰ ਜੀ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਇਹ ਵਿਚਾਰਾਂ ਇਸੇ ਤਰ੍ਹਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਗੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਗੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਦਮ ਦਮ
जीवन पदवी पाए। जन्म मरण का हो गया जीवन पदवी पाए। जन्म मरण का हो गया जीवन पदवी पाए। दम दम सदा संभालदा, दम न बिरथा जाए, दम न बिरथा जाए। दम दम सदा संभालदा, दम न बिरथा जाए, दम न बिरथा जाए। ਨਾਨਕ ਇਹ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਨਾਨਕ ਇਹ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਨਾਨਕ ਇਹ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਨਾਨਕ ਇਹ ਮਰਤਬਾ ਤਿਸਨੂੰ ਦੇ, ਜਿਸਨੂੰ ਕਿਰਪਾ ਕਰੇ ਰਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਦਮ ਨਾ ਬਿਰਥਾ ਜਾਏ। ਤੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਤੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਤੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਤੁਰ ਖਸਮ ਕਾ ਹੁਕਮ ਪਿਆ, ਬਿਨ ਸਤਿਗੁਰ ਚੇਤਿਆ ਨ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ, ਦਮ ਨ ਬਿਰਥਾ ਜਾਏ। ਦਮ ਦਮ ਸਦਾ ਸੰਭਾਲਦਾ, ਦਮ ਨ ਬਿਰਥਾ ਜਾਏ, ਦਮ ਨ ਬਿਰਥਾ ਜਾਏ, ਦਮ ਨ ਬਿਰਥਾ ਜਾਏ। ਹਾਂਜੀ, ਇਹ ਸਨ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ, ਜਿਹੜੀਆਂ ਲੜੀਵਾਰ ਵਿਚਾਰਾਂ ਨੇ ਉਹਨਾਂ ਨੂੰ ਅੱਗੇ ਵਧਾਉਂਦੇ ਹਾਂ। ਜਿਹੜੇ ਇਹ ਅਗਲੇ ਪ੍ਰਵਚਨ ਨੇ, ਇਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ 11 ਅਪ੍ਰੈਲ 1955 ਨੂੰ ਕੀਤੇ। ਲਿਖਣ ਵਾਲੇ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਨੇ ਸਤਨਾਮ ਕਿਹਾ ਹੈ, ਸਤ ਚਿਤ ਆਨੰਦ ਤਾਂ ਉਹੀ ਹੈ, ਉਸ ਨਾਮ ਵੀ ਸਤ ਹੈ। ਜਿਨ੍ਹਾਂ ਨਾ ਬਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਆਸਾ ਮਹੱਲਾ ਪੰਜਵਾ। ਜਿਹੜੇ ਨਾਮ ਜਿਨ੍ਹਾਂ ਨੂੰ ਨਹੀਂ ਬਿਸਰਦਾ ਉਹ ਕਿੱਦਾਂ ਦੇ ਹੁੰਦੇ ਨੇ? ਉਹਨਾਂ 'ਚ ਭੇਦ ਨਹੀਂ ਹੁੰਦਾ। ਸਾਈਂ ਤੇ ਉਹਨਾਂ ਜਪਣ ਵਾਲਿਆਂ 'ਚ ਭੇਦ ਨਹੀਂ ਹੁੰਦਾ। ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤਹਿ ਜਾਨ। ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਸ਼ਲੋਕ ਮਹੱਲਾ ਨੌਵਾਂ।
जय घट सिमरन राम को सो नर मुक्ता जान तह नर हर अंतर नहीं नानक साची मान। ਜਿਹੜੇ ਉਸ ਪ੍ਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ ਤੇ ਉਹਦੇ ਵਿੱਚ ਇੱਕਮਿਕ ਹੋ ਜਾਂਦੇ ਨੇ, ਸਤਿਗੁਰੂ ਜੀ ਫਰਮਾਉਂਦੇ ਨੇ ਕਿ ਉਸ ਨਰ, ਉਸ ਵਿਅਕਤੀ, ਉਸ ਬੰਦੇ ਤੇ ਉਸ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿੰਦਾ। ਲੋਕ ਕੁਝ ਦੇਖਣਾ ਚਾਹੁੰਦੇ ਨੇ, ਇਸ ਵਾਸਤੇ ਖਰਾਬ ਹੁੰਦੇ ਨੇ। ਨਾਮ ਭਾਗਾਂ ਦੇ ਨਾਲ ਮਿਲਦਾ ਹੈ। ਫੁਰਨਾ ਹੀ ਸੰਸਾਰ ਹੈ। ਜਦ ਸੰਸਾਰ ਦਾ ਫੁਰਨਾ ਹੈ ਤਾਂ ਸੰਸਾਰ ਹੈ, ਜਦ ਵਾਹਿਗੁਰੂ ਦਾ ਚਿਤਵਨ ਹੈ ਤਾਂ ਬ੍ਰਹਮ ਗਿਆਨ ਹੈ। ਦੁੱਖ ਵੇਲੇ ਅਰਦਾਸ, ਸੁੱਖ ਵੇਲੇ ਸ਼ੁਕਰ, ਤੇ ਜਦ ਮਨ ਆਮ ਹਾਲਤ ਦੇ ਵਿੱਚ ਹੋਵੇ ਤਾਂ ਸਿਮਰਨ ਕਰਨਾ ਹੈ। ਸਾਡੇ ਅੰਦਰ ਨਿਰੰਕਾਰੀ ਜੋਤ ਵਸਦੀ ਹੈ, ਪਰ ਮਨ ਬਿਲਕੁਲ ਨਿਰਮਲ ਨਹੀਂ। ਉਸ ਦੇ ਵਿੱਚ ਹਉਮੈ ਦੀ ਮੈਲ ਹੈ, ਜਿਸ ਨੇ ਉਸ ਜੋਤ ਨਾਲੋਂ ਸਾਨੂੰ ਨਖੇੜ ਰੱਖਿਆ ਹੈ। ਇਸ ਵਾਸਤੇ ਅਸਾਂ ਮਨ ਨੂੰ ਵਾਹਿਗੁਰੂ ਦੇ ਸਿਮਰਨ ਵਿੱਚ ਲਾਈ ਰੱਖਣਾ ਹੈ। ਇਸ ਵਾਸਤੇ ਹੀ ਸਤਿਗੁਰੂ ਜੀ ਨੇ ਕਿਹਾ ਹੈ ਸੁਖਮਨੀ ਸਾਹਿਬ ਦੇ ਵਿੱਚ, ਬ੍ਰਹਮ ਗਿਆਨੀ ਕੈ ਨਾਮ ਆਧਾਰ। ਨਾਮ ਸਿਮਰਨ ਵਾਸਤੇ ਨੀਂਦ ਪੂਰੀ ਕਰਨੀ ਜ਼ਰੂਰੀ ਹੈ। ਇਸ ਗੱਲ ਦੇ ਨਾ ਸਮਝਣ ਨਾਲ ਕਈਆਂ ਨੇ ਆਪਣੀ ਸਿਹਤ ਖਰਾਬ ਕਰ ਲਈ ਹੈ। ਇੱਕ ਰਿਟਾਇਰਡ ਰੇਲਵੇ ਅਫਸਰ ਮੇਰੇ ਪਾਸ ਆਇਆ ਜੋ ਰਾਤ ਨੂੰ ਸਿਰਫ 2 ਘੰਟੇ ਸੌਂਦਾ ਸੀ। ਉਸ ਨੂੰ ਕੋਈ ਰਸ ਨਹੀਂ ਸੀ ਆ ਰਿਹਾ। ਮੈਂ ਉਸ ਨੂੰ ਕਿਹਾ ਕਮ ਸੇ ਕਮ 6 ਘੰਟੇ ਸੋਇਆ ਕਰ। ਉਹ ਮੰਨੇ ਨਾ। ਮੈਂ ਕਿਹਾ ਤਾਂ ਫਿਰ ਕਿਸੇ ਸੰਤ ਪਾਸ ਜਾ, ਮੇਰੀ ਤਾਂ ਇਹੀ ਸਲਾਹ ਹੈ। ਜਦ ਮੰਨ ਗਿਆ ਤਾਂ ਕਹੇ ਕਿ ਨੀਂਦ ਨਹੀਂ ਆਉਂਦੀ। ਮੈਂ ਕਿਹਾ ਕੋਈ ਗੱਲ ਨਹੀਂ, ਉਸੇ ਤਰ੍ਹਾਂ ਲੇਟਿਆ ਰਿਹਾ ਕਰੋ। ਇਸ ਤਰ੍ਹਾਂ ਕਰਨ ਦੇ ਨਾਲ 1 ਮਹੀਨੇ ਦੇ ਵਿੱਚ ਉਸ ਦੀ ਹਾਲਤ ਸੁਧਰ ਗਈ। ਇੱਕ ਆਦਮੀ ਇੱਕੋ ਬੈਠਕ ਦੇ ਵਿੱਚ ਭਾਵ ਕਿ ਇੱਕੋ ਵਾਰੀ ਬੈਠ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰ ਲੈਂਦਾ ਸੀ। ਇਹ ਕੋਈ ਥੋੜੀ ਘਾਲ ਨਹੀਂ, ਪਰ ਸੁਰਤ ਉਸ ਦੀ ਖੰਡਾਓ ਵਿੱਚ ਹੀ ਸੀ। ਇੱਥੇ ਹਵਾ ਚੱਲ ਰਹੀ ਹੈ, ਅਸੀਂ ਇਸ ਨੂੰ ਮਹਿਸੂਸ ਕਰ ਰਹੇ ਹਾਂ ਤੇ ਇਸ ਨਾਲ ਸਾਹ ਵੀ ਲੈ ਰਹੇ ਹਾਂ। ਕੋਲ ਇੱਥੇ ਇੱਕ ਮੁਰਦਾ ਪਿਆ ਹੋਵੇ ਤਾਂ ਉਹ ਹਵਾ ਨੂੰ ਮਹਿਸੂਸ ਨਹੀਂ ਕਰੇਗਾ। ਉਸ ਦੇ ਹਵਾ ਨੂੰ ਮਹਿਸੂਸ ਕਰਨ ਵਾਲੇ ਜੰਤਰ, ਫੇਫੜੇ ਆਦਿ ਕੰਮ ਨਹੀਂ ਕਰ ਰਹੇ। ਇਸੇ ਤਰ੍ਹਾਂ ਨਾਮ ਸਿਮਰਨ ਵਾਲਾ ਬੰਦਾ ਵਾਹਿਗੁਰੂ ਦੀ ਹੋਂਦ ਨੂੰ ਅਨੁਭਵ ਕਰਦਾ ਹੈ। ਵਾਹਿਗੁਰੂ ਤਾਂ ਹਰ ਥਾਂ ਹੈ, ਪਰ ਬਗੈਰ ਸਿਮਰਨ ਅਭਿਆਸ ਦੇ ਇਨਸਾਨ ਮੁਰਦੇ ਵਾਂਗੂ ਹੁੰਦਾ ਹੈ ਤੇ ਵਾਹਿਗੁਰੂ ਦੀ ਹਜ਼ੂਰੀ ਤੋਂ ਜਾਣੂ ਨਹੀਂ ਹੁੰਦਾ। ਇੱਕ ਸੰਤ ਹੋਏ ਹਨ, ਉਹਨਾਂ ਨੂੰ ਫੌੜੀ ਵਾਲੇ ਸੰਤ ਕਰਕੇ ਲੋਕ ਬੁਲਾਉਂਦੇ ਸਨ। ਜਿਸ ਨੂੰ ਉਹ ਫੌੜੀ ਲਾ ਦਿੰਦੇ ਸਨ, ਉਹਨਾਂ ਵਿੱਚੋਂ ਬਹੁਤਿਆਂ ਨੂੰ ਆਰਾਮ ਆ ਜਾਂਦਾ ਸੀ। ਇੱਕ ਵਾਰ ਸ਼ਾਮ ਨੂੰ ਸ਼ਹਿਰ ਤੋਂ ਬਾਹਰ ਗਏ। ਜਦ ਵਾਪਸ ਆਏ ਤਾਂ ਸ਼ਹਿਰ ਦਾ ਦਰਵਾਜ਼ਾ ਬੰਦ ਹੋ ਗਿਆ ਸੀ। ਬਾਰਿਸ਼ ਹੋ ਰਹੀ ਸੀ। ਉਹ ਦਰਵਾਜ਼ੇ ਦੇ ਬਾਹਰ ਫਰਸ਼ ਤੇ ਹੀ ਕਈ ਘੰਟੇ ਖੜੇ ਰਹੇ। ਉਹਨਾਂ ਨੂੰ ਵਾਹਿਗੁਰੂ ਦੀ ਹੋਂਦ ਤੇ ਭਰੋਸਾ ਸੀ ਜੋ ਉਹਨਾਂ ਦੀ ਹਿਫਾਜ਼ਤ ਕਰ ਰਿਹਾ ਸੀ। ਉਹਨਾਂ ਦੇ ਨਾਲ ਇੱਕ ਹੋਰ ਆਦਮੀ ਬਾਰਿਸ਼ ਤੋਂ ਬਚਣ ਵਾਸਤੇ ਪਾਸ ਵਗ ਰਹੀ ਇੱਕ ਗੰਦੀ ਨਾਲੀ ਦੇ ਪੁਲ ਹੇਠ ਲੁਕ ਗਿਆ। ਉਹਨਾਂ ਨੇ ਗੰਦੀ ਨਾਲੀ ਦੀ ਓਟ ਨੂੰ ਵਾਹਿਗੁਰੂ ਦੀ ਓਟ ਤੋਂ ਵਿਸ਼ੇਸ਼ ਯਾਤਾ ਭਾਵ ਕੇ ਚੰਗਾ ਸਮਝਿਆ। ਉਹ ਵਾਹਿਗੁਰੂ ਦੀ ਹੋਂਦ ਦੀ ਪ੍ਰਤੀਤੀ ਦੇ ਵਿੱਚ ਨਹੀਂ ਸਨ। ਵਾਹਿਗੁਰੂ ਤਾਂ ਸਦਾ ਹੀ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਆਸਾ ਮਹੱਲਾ 5। ਪਰ ਸਿਰਫ ਸਿਮਰਨ ਕਰਨ ਵਾਲਾ ਪੁਰਸ਼ ਗਿਆਤਾ ਤੇ ਯਕੀਨ ਵਿੱਚ ਹੁੰਦਾ ਹੈ ਤੇ ਸੁਖ ਮਾਣਦਾ ਹੈ। ਸੁਰਤ ਦਾ ਉਤਾਰਾ ਚੜ੍ਹਾਅ ਵੀ ਜ਼ਰੂਰੀ ਹੈ। ਇਸ ਨਾਲ ਪਰਮਾਰਥ ਦੇ ਮਾਰਗ ਵਿੱਚ ਤਰੱਕੀ ਹੁੰਦੀ ਹੈ। ਜਿਸ ਤਰ੍ਹਾਂ ਮਿਹਦੇ ਦਾ ਸੁੰਗੜਨਾ ਤੇ ਫੈਲਣਾ ਖਾਣਾ ਹਜਮ ਕਰਨ ਦੇ ਵਿੱਚ ਸਹਾਇਤਾ ਦਿੰਦਾ ਹੈ, ਇਸੇ ਤਰ੍ਹਾਂ ਸੁਰਤ ਦਾ ਉਤਾਰ ਚੜ੍ਹਾਅ ਆਤਮਿਕ ਜ਼ਿੰਦਗੀ ਵਾਸਤੇ ਜ਼ਰੂਰੀ ਹੈ। ਇਸ ਤੋਂ ਘਬਰਾਉਣਾ ਨਹੀਂ ਚਾਹੀਦਾ। ਬਹੁਤ ਹੀ ਭਾਈ ਸਾਹਿਬ ਨੇ ਵੱਡੀ ਗੱਲ ਦੱਸੀ ਹੈ। ਆਮ ਤੌਰ ਤੇ ਹਰ ਇੱਕ ਬੰਦਾ ਇਸ ਗੱਲ ਤੇ ਬਹੁਤ ਹੀ ਦੁਖੀ ਹੁੰਦਾ ਹੈ ਕਿ ਸੁਰਤ ਕਦੀ ਚੜ੍ਹਦੀ ਹੈ ਤੇ ਉਤਰਦੀ ਹੈ, ਤੇ ਭਾਈ ਸਾਹਿਬ ਨੇ ਉਸ ਨੂੰ ਜਿਹੜਾ ਹੈ ਖਾਣਾ ਹਜਮ ਕਰਨ ਵਾਲੀ ਜਿਹੜੇ ਮਿਹਦੇ ਦੇ ਨਾਲ ਤੁਲਨਾ ਦੇ ਕੇ ਸਮਝਾਇਆ ਹੈ। ਅੱਗੇ ਸਮਝਾਉਂਦੇ ਨੇ, ਉੱਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣੇ ਜਾਣੂ, ਵਡਹੰਸ ਮਹੱਲਾ ਪਹਿਲਾ।
ਵਾਹਿਗੁਰੂ ਅੱਗੇ ਰੋਣ ਦੀ ਉੱਚੀ ਉੱਚੀ ਪੁਕਾਰ ਕਰਨ ਦੀ ਲੋੜ ਨਹੀਂ, ਮਨ ਤੇ ਕਾਬੂ ਰੱਖਣਾ ਹੈ। ਵਾਹਿਗੁਰੂ ਤਾਂ ਅੰਤਰਜਾਮੀ ਹੈ ਤੇ ਸਭ ਕੁਝ ਆਪੇ ਹੀ ਜਾਣਦਾ ਹੈ। ਆਮ ਤੌਰ ਤੇ ਆਦਮੀ ਦੀ ਸੁਰਤ ਦੁਨੀਆ ਦੀਆਂ ਲੋੜਾਂ ਦੇ ਵਿੱਚ ਲੱਗੀ ਰਹਿੰਦੀ ਹੈ। ਜਦ ਇਹ ਸਿਮਰਨ ਵੇਲੇ ਵਾਹਿਗੁਰੂ ਵਿੱਚ ਲੱਗਦੀ ਹੈ ਤਾਂ ਵਾਹਿਗੁਰੂ ਦੀ ਹੋਂਦ ਦੀ ਪ੍ਰਤੀਤੀ ਵਿੱਚ ਹੁੰਦੀ ਹੈ। ਨਾਮ ਸਿਮਰਨ ਦੇ ਨਾਲ ਸਾਡੀ ਵਾਹਿਗੁਰੂ ਦੀ ਹਜ਼ੂਰੀ ਦੀ ਇਹ ਪ੍ਰਤੀਤੀ ਪੱਕਦੀ ਹੈ। ਇਸ ਵਾਸਤੇ ਅਸਾਂ ਨਾਮ ਦੇ ਦ੍ਰਿੜ ਹੋਣ ਵਾਸਤੇ ਅਰਦਾਸ ਕਰਨੀ ਹੈ। ਜਿਹੜੇ ਨਾਮ ਸਿਮਰਦੇ ਹਨ ਉਹ ਵਾਹਿਗੁਰੂ ਜਿਹੇ ਹੀ ਹਨ। ਨਾਮ ਦੀ ਕਦਰ ਕੋਈ ਬਿਰਲਾ ਜਾਣਦਾ ਹੈ। ਸਾਈਂ ਜੀ ਸਾਹਿਬ ਨੇ ਕਿਹਾ ਸੀ ਕਿ ਜੇ ਕੋਈ ਮੁਰਦੇ ਨੂੰ ਤੁਹਾਡੇ ਸਾਹਮਣੇ ਜਿੰਦਾ ਕਰ ਦੇਵੇ ਤਾਂ ਉਸ ਨੂੰ ਵੱਡਾ ਨਾ ਜਾਣੋ। ਵੱਡਾ ਉਹ ਹੈ ਜਿਸ ਨੂੰ ਨਾਮ ਦਾ ਰਸ ਆਇਆ ਹੈ ਤੇ ਜਿਸ ਦਾ ਨਾਮ ਜੀਵਨ ਆਧਾਰ ਬਣ ਗਿਆ ਹੈ। ਵਾਹਿਗੁਰੂ ਤੋਂ ਕੇਵਲ ਨਾਮ ਮੰਗਣਾ ਹੈ। ਪਰ ਜਦ ਜਗਿਆਸੂ ਵਿੱਚ ਹੋਰਨਾਂ ਪਦਾਰਥਾਂ ਵਾਸਤੇ ਖਾਹਿਸ਼ ਹੈ, ਸਭ ਕੁਝ ਵਾਹਿਗੁਰੂ ਤੋਂ ਹੀ ਮੰਗਣਾ ਹੈ, ਦੂਸਰਿਆਂ ਤੋਂ ਮੰਗਣ ਵਿੱਚ ਅਪਜਸ ਹੈ। ਹਰ ਇੱਕੋ ਦਾਤਾ ਮੰਗੀਐ, ਮਨ ਚਿੰਦਿਆ ਪਾਈਐ। ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਸੋ ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਪ੍ਰਮਾਤਮਾ ਤੋਂ ਹੀ ਮੰਗਣਾ ਚਾਹੀਦਾ ਹੈ। ਜੇ ਦੂਜੇ ਪਾਸਿਓਂ ਮੰਗਦੇ ਹਨ ਤਾਂ ਸਾਨੂੰ ਲਾਜ ਆਉਣੀ ਚਾਹੀਦੀ ਹੈ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈਐ। ਤਾਂ ਕੀ ਸ਼ਰਨੀ ਪਾਈਐ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈਐ। ਤਾਂ ਕੀ ਸ਼ਰਨੀ ਪਾਈਐ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਇਐ। ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਇਐ। ਦਰਸ਼ਨ ਭੇਟਤ ਹੋਤ ਆਨੰਦਾ, ਦਰਸ਼ਨ ਭੇਟਤ ਹੋਤ ਆਨੰਦਾ, ਦੁਖ ਗਿਆ ਹਰ ਗਾਇਐ। ਸਰਬ ਸੁਖਾਂ ਕਾ ਦਾਤਾ ਸਤਿਗੁਰ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸ਼ਰਨੀ ਪਾਈਐ। ਤਾਂ ਕੀ ਸ਼ਰਨੀ
हरि रस पीवो पाई, हरि रस पीवो पाई। हरि रस पीवो पाई, हरि रस पीवो पाई। नाम जपो नामो आराधो, गुरपुरे की शरणाई। नाम जपो नामो आराधो, गुरपुरे की शरणाई। नाम जपो नामो आराधो, नाम जपो नामो आराधो, गुरपुरे की शरणाई। सर्व सुखा का दाता सतगुर, सर्व सुखा का दाता सतगुर। ताकी शरणी पाइए, ताकी शरणी पाइए। सर्व सुखा का दाता सतगुर, सर्व सुखा का दाता सतगुर। इस प्राप्त जिस तुर लिखया, सोई पूरन पाई। इस प्राप्त जिस तुर लिखया, सोई पूरन पाई। नानक की बेनंती प्रभु जी, नाम रहा लिवलाई। नानक की बेनंती प्रभु जी, नाम रहा लिवलाई। नानक की बेनंती प्रभु जी, नानक की बेनंती प्रभु जी, नाम रहा लिवलाई। सर्व सुखा का दाता सतगुर, सर्व सुखा का दाता सतगुर। ताकी शरणी पाइए, ताकी शरणी पाइए। सर्व सुखा का दाता सतगुर, सर्व सुखा का दाता सतगुर। सर्व सुखा का दाता सतगुर, दाता सतगुर, दाता सतगुर। ਹਾਂਜੀ, ਇਹ ਸਨ ਭਾਈ ਹਰਨਾਮ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਓ ਅਗਲਾ ਪ੍ਰਵਚਨ ਆਪ ਜੀ ਦੇ ਨਾਲ ਸਾਂਝਾ ਕਰਦੇ ਹਾਂ। ਇਹ ਪ੍ਰਵਚਨ ਭਾਈ ਸਾਹਿਬ ਨੇ 12 ਅਪ੍ਰੈਲ 1955 ਨੂੰ ਦਿੱਤਾ। ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸੁਖਮਨੀ ਸਾਹਿਬ। ਜਗਿਆਸੂ ਸਾਧੂ ਨੂੰ ਮਿਲ ਕੇ ਨਿਹਾਲ ਹੋਵੇ, ਨਹੀਂ ਤਾਂ ਉਹਦੀ ਸ਼ਰਧਾ ਦੇ ਵਿੱਚ ਫਰਕ ਹੈ। ਜੇ ਸ਼ਰਧਾ ਵੀ ਹੈ ਤੇ ਨਿਹਾਲ ਵੀ ਨਹੀਂ ਹੋਇਆ ਤਾਂ ਸਾਧੂ ਵਿੱਚ ਨੁਕਸ ਹੈ। ਹੋਰ ਕਿਸੇ ਨੂੰ ਢੂੰਡੋ। ਦੋਹਾਂ ਹਾਲਤਾਂ ਦੇ ਵਿੱਚ ਜ਼ਿੰਮੇਵਾਰੀ ਜਗਿਆਸੂ ਦੀ ਹੈ। ਗੁਫਤਮ ਗਮੇ ਦਿਲਵ ਤੋ ਗੋਜਮ ਚੂੰ ਤੂੰ ਆਈ, ਚਹਿ ਕੁਨਮ
ਕਿ ਗਮ ਅਜ ਦਿਲ ਮੇ ਰਬਤ ਚੋ ਤੂੰ ਆਈ। ਤਰਜਮਾ, ਮੈਂ ਕਹਿੰਦਾ ਸਾਂ ਜਦ ਤੂੰ ਆਵੇਂ ਤੈਨੂੰ ਦਿਲ ਦਾ ਹਾਲ ਦੱਸਾਂਗਾ, ਪਰ ਜਦ ਤੂੰ ਆਇਆ ਦਿਲ ਦਾ ਗਮ ਦੂਰ ਨੱਸ ਗਿਆ, ਹੁਣ ਤੈਨੂੰ ਕੀ ਦੱਸਾਂ। ਭਾਵ ਕਿ ਸਾਧੂ ਦਾ ਇੰਤਜ਼ਾਰ ਕਰਦਾ ਸਾਂ ਕਿ ਜਦੋਂ ਆਵੇਗਾ ਤਾਂ ਉਸਨੂੰ ਆਪਣੇ ਦਿਲ ਦਾ ਗਮ ਦੱਸਾਂਗਾ, ਪਰ ਜਦ ਸਾਧੂ ਆ ਗਿਆ ਤਾਂ ਦਿਲ ਦਾ ਗਮ ਹੀ ਭੁੱਲ ਗਿਆ, ਦੱਸਣ ਨੂੰ ਕੁਛ ਰਿਹਾ ਨਾ। ਸਾਧੂ ਦੀ ਮਿਹਰ ਦੇ ਨਾਲ ਅਟਕਾਂ ਨਿਕਲ ਜਾਂਦੀਆਂ ਨੇ ਤੇ ਨਾਮ ਚੱਲ ਪੈਂਦਾ ਹੈ। ਬੰਬਈ ਸੰਗਤ ਦੇ ਵਿੱਚ ਇੱਕ ਇਸਤਰੀ ਰੋਜ਼ ਆਉਂਦੀ ਸੀ। ਅੱਖਾਂ ਮੀਟ ਕੇ ਸ਼ਬਦ ਕੀਰਤਨ ਧਿਆਨ ਦੇ ਨਾਲ ਸੁਣਦੀ। ਮੈਂ ਜਾਤਾ ਅਧਿਕਾਰੀ ਹੈ। ਉਸ ਦੇ ਮੱਥੇ ਵੱਲ ਵੇਖ ਕੇ ਮੈਂ ਇੱਛਾ ਕੀਤੀ ਕਿ ਜੋ ਉਹ ਵਾਹਿਗੁਰੂ ਨਾਮ ਜਪੇ। ਇਸ ਤਰ੍ਹਾਂ ਕਰਨ ਦੇ ਨਾਲ ਉਹਦਾ ਨਾਮ ਚੱਲ ਪਿਆ ਤੇ ਉਹ ਸੁਖੀ ਹੋ ਗਈ। ਜਦ ਕਿਹਾ ਕਿ ਕੋਈ ਗੱਲ ਪੁੱਛਣੀ ਹੈ ਤਾਂ ਉਸਨੇ ਉੱਤਰ ਦਿੱਤਾ, ਜੀ ਕੋਈ ਨਹੀਂ। ਥੋੜ੍ਹੇ ਦਿਨਾਂ ਬਾਅਦ ਜਦ ਫੇਰ ਮਿਲੀ ਤਾਂ ਪੁੱਛਣ ਲੱਗੀ ਕਿ ਮੈਂ ਆਪਣੇ ਸਵਾਦ ਦਾ ਜ਼ਿਕਰ ਹੋਰਨਾਂ ਅੱਗੇ ਕਰ ਸਕਦੀ ਹਾਂ। ਮੇਰਾ ਪਤੀ ਪੁੱਛਦਾ ਹੈ। ਅਸੀਂ ਕਿਹਾ, ਅਸੀਂ ਪਤੀ ਤੋਂ ਚੋਰੀ ਦੀ ਫਕੀਰੀ ਨਹੀਂ ਕਰਦੇ। ਹਾਂ, ਉਸਨੂੰ ਦੱਸ ਦੇ। ਜੇ ਤੂੰ ਆਪਣੀ ਮਾਂ ਨੂੰ ਵੀ ਦੱਸ ਸਕਦੀ ਹੈ, ਇਹਨਾਂ ਨੂੰ ਈਰਖਾ ਨਹੀਂ ਹੋਵੇਗੀ। ਹੋਰ ਸਭ ਦੋਸਤ ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ ਈਰਖਾ ਹੋ ਸਕਦੀ ਹੈ। ਇੱਕ ਬੀਬੀ ਥੋੜ੍ਹਾ ਚਿਰ ਹੋਇਆ ਬਿਮਾਰ ਹੋ ਗਈ। ਬੀਬੀ ਦੀ ਬੜੀ ਤੀਬਰ ਖਾਸ਼ ਸੀ ਕਿ ਹਜ਼ੂਰ ਸਾਹਿਬ ਜਾ ਕੇ ਅੰਮ੍ਰਿਤ ਛਕੇ। ਬਿਮਾਰੀ ਦੀ ਹਾਲਤ ਦੇ ਵਿੱਚ ਉਹ ਬੇਹੋਸ਼ ਜਿਹੀ ਹੋ ਗਈ ਤੇ ਉਸਨੇ ਦੇਖਿਆ ਕਿ ਮੈਂ ਹਜ਼ੂਰ ਸਾਹਿਬ ਪਹੁੰਚ ਗਈ ਹਾਂ ਤੇ ਉੱਥੇ ਜਾ ਕੇ ਅੰਮ੍ਰਿਤ ਛਕਿਆ ਹੈ। ਜਦ ਇਹ ਅੰਮ੍ਰਿਤ ਛਕ ਚੁੱਕੀ ਤਾਂ ਕੜਾਹ ਪ੍ਰਸ਼ਾਦ ਵਰਤਾਉਣ ਵੇਲੇ ਕਿਰਪਾਨ ਗਿਰ ਗਈ ਤੇ ਇਸ ਦੀ ਛਾਤੀ ਤੇ ਆ ਲੱਗੀ ਤੇ ਖੂਨ ਨਿਕਲ ਆਇਆ। ਜਦ ਇਸ ਦੀ ਹੋਸ਼ ਪਰਤੀ ਤੇ ਇਸਨੇ ਦੇਖਿਆ ਕਿ ਇਸ ਦੀ ਛਾਤੀ ਵਿੱਚੋਂ ਖੂਨ ਨਿਕਲ ਰਿਹਾ ਸੀ। ਇਹ ਅਤੀ ਸ਼ਰਧਾ ਵਿਸ਼ਵਾਸ ਦਾ ਨਤੀਜਾ ਹੁੰਦਾ ਹੈ। ਜਦੋਂ ਕੁਝ ਬਰਕਤ ਆ ਜਾਵੇ ਤਾਂ ਸਿੱਖ ਦੁਨੀਆ ਤੋਂ ਖਬਰਦਾਰ ਰਵੇ। ਦੁਨੀਆ ਇਸ ਨੂੰ ਆਪਣੇ ਮਤਲਬ ਵਾਸਤੇ ਵਰਤੇਗੀ। ਇਸ ਨਾਲ ਆਦਮੀ ਨਾਮ ਤੋਂ ਟੁੱਟਦਾ ਹੈ। ਭਾਈ ਅੱਡਣ ਸਾਹਿਬ ਪਾਸ ਸ਼ਾਦਰੇ ਇੱਕ ਕਰਾਮਾਤੀ ਜੋਗੀ ਸਾਧੂ ਆਇਆ। ਇੱਕ ਦਿਨ ਉਹ ਭਾਈ ਸਾਹਿਬ ਪਾਸ ਬੈਠਾ ਸੀ। ਇੱਕ ਮਾਈ ਨੇ ਗੋਦੀ ਵਿੱਚ ਬਾਲਕ ਚੁੱਕਿਆ ਹੋਇਆ ਸੀ ਤੇ ਉੱਥੇ ਆ ਗਈ। ਉਸ ਨੂੰ ਦੇਖ ਕੇ ਜੋਗੀ ਬੋਲ ਪਿਆ, ਇਹ ਬਾਲਕ ਮੈਂ ਦਿੱਤਾ ਹੈ। ਅੱਡਣ ਜੀ ਨੇ ਕਿਹਾ, ਮਾਈ ਨੂੰ ਤਾਂ ਬਾਲ ਮਿਲ ਗਿਆ, ਪਰ ਤੁਹਾਡੇ ਪੱਲੇ ਕੀ ਪਿਆ? ਹਉਮੈ ਦੇ ਨਾਲ ਨਾਮ ਨਾਲੋਂ ਟੋਟ। ਇਹ ਗੱਲ ਉਸ ਜੋਗੀ ਤੇ ਅਸਰ ਕਰ ਗਈ ਤੇ ਚਰਨੀ ਢਹਿ ਪਿਆ। ਅੱਡਣ ਜੀ ਨੇ ਉਸ ਨੂੰ ਹਉਮੈ ਤੋਂ ਪਵਿੱਤਰ ਕਰਕੇ ਨਾਮ ਵਿੱਚ ਲਾਇਆ। ਨਾਮ ਨੂੰ ਸਭ ਫਲ ਲੱਗਦੇ ਨੇ ਤੇ ਗੁਰੂ ਸਾਰੀ ਸਮਝ ਦਿੰਦਾ ਹੈ। ਰਾਣਾ ਸੂਰਤ ਸਿੰਘ ਵਿੱਚ ਜਪਜੀ ਸਾਹਿਬ ਦੇ ਵਿੱਚ ਦਿੱਤੇ 4 ਖੰਡਾਂ ਦੀ ਵਿਆਖਿਆ ਦਿੱਤੀ ਹੈ। ਰਾਣਾ ਸੂਰਤ ਸਿੰਘ ਜਿਹੜਾ ਹੈਗਾ, ਇਹ ਕਿਤਾਬ ਦਾ ਨਾਮ ਮੇਰੇ ਖਿਆਲ 'ਚ। ਉਹਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਜਿਹੜੇ 4 ਖੰਡਾਂ ਦੀ ਵਿਆਖਿਆ ਦਿੱਤੀ ਹੈ, ਇਹ ਅਰਥ ਮੈਨੂੰ ਇੱਕ ਟਾਹਲੀ ਹੇਠ ਬੈਠੇ ਨੂੰ ਸਫੁਰਨ ਹੋਇਆ ਸੀ। ਜਦ ਆਪਣੇ ਵਿਦਿਆ ਦਾਤਾ ਜੀ ਨੂੰ ਦੇ ਪਾਸ ਇਹਨਾਂ ਦਾ ਜ਼ਿਕਰ ਕੀਤਾ ਤਾਂ ਉਹ ਅਸਚਰਜ ਰਹਿ ਗਏ ਤੇ ਕਹਿਣ ਲੱਗੇ, ਇਹ ਅਰਥ ਤਾਂ ਮੇਰੇ ਉਸਤਾਦ ਨੂੰ ਵੀ ਨਹੀਂ ਸਨ ਫੁਰੇ। ਬੁਢਾਪੇ ਦੇ ਅੰਦਰ ਸ਼ਰਾਬ ਭਾਵ ਕੇ ਅੰਦਰਲੇ ਰਸ ਖੁਸ਼ਕ ਹੋ ਜਾਂਦੇ ਨੇ। ਉਹਨਾਂ ਨੂੰ ਨੋਰਮਲ ਵਿੱਚ ਰੱਖਣ ਵਾਸਤੇ ਉਦਮ ਕਰਨਾ ਪੈਂਦਾ ਹੈ। ਜਵਾਨੀ ਵਾਲੀ ਗੱਲ ਨਹੀਂ ਰਹਿੰਦੀ। ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿੱਲੀ ਨੂੰ ਫੜ ਕੇ ਸਿਮਰਨ ਕਰਦੇ ਹੁੰਦੇ ਸਨ। ਇਹ ਕੁਝ ਏਦਾਂ ਦਾ ਹੀ ਤਰੱਦਦ ਸੀ। We are here to help ourselves and also help others. ਅਸੀਂ ਜਗਤ ਦੇ ਵਿੱਚ ਆਪਣੀ ਤੇ ਹੋਰਨਾਂ ਦੀ ਮਦਦ ਕਰਨ ਲਈ ਆਏ ਹੋਏ ਹਾਂ। ਹੋਰਨਾਂ ਦੀ ਸੇਵਾ ਕਰਕੇ ਜੀਵਨ ਮੁਕਤ ਪੁਰਸ਼ ਆਪਣੀ ਦੇਹ ਨੂੰ ਸਫਲਾ ਕਰਦਾ ਹੈ। ਵਨਾਂ ਵਿੱਚ ਬੈਠ ਕੇ ਇਸ ਦੇਹੀ ਨੂੰ ਵਿਅਰਥ ਕਰ ਛੱਡਣਾ ਠੀਕ ਨਹੀਂ। ਗੁਰੂ ਦੇ ਸਿੱਖ ਇਸ ਦੇਹ ਨੂੰ ਬੱਚੀਆਂ ਤਰੀਮਤਾਂ ਨੂੰ ਮੁਸ਼ਕਲਾਂ ਵਿੱਚੋਂ ਕੱਢਣ ਜਾਂ ਮੁਸਲਮਾਨਾਂ ਦੀ ਕੈਦ ਵਿੱਚੋਂ ਰਿਹਾ ਕਰਾਉਣ ਦੇ ਯਤਨਾਂ ਵਿੱਚ ਆਪਣਾ ਜੀਵਨ ਸਫਲ ਕਰਦੇ ਸਨ। ਮਿਸਟਰ ਕਨਿੰਗਮ ਨੇ ਆਪਣੀ ਲਿਖੀ ਹੋਈ ਸਿੱਖਾਂ ਦੀ ਹਿਸਟਰੀ ਵਿੱਚ ਇੱਕ ਨਿਹੰਗ ਸਿੰਘ ਦਾ ਜ਼ਿਕਰ ਕੀਤਾ ਹੈ, ਜੋ ਰੋਪੜ ਦੇ ਪਾਸ
ਕਲਮ ਕੱਲਾ ਇੱਕ ਸੜਕ ਬਣਾਇਆ ਕਰਦਾ ਸੀ। ਉਸ ਨੂੰ ਮੁਕਤੀ ਦੀ ਪਰਵਾਹ ਨਹੀਂ ਸੀ, ਜੀਵਨ ਮੁਕਤ ਤਾਂ ਉਹ ਹੈ ਹੀ ਸੀ। ਉਹ ਸੜਕ ਬਣਾਉਣ ਦੇ ਕਾਰੇ ਲੱਗ ਕੇ ਆਪਣੀ ਦੇਹ ਸਫਲ ਕਰ ਰਿਹਾ ਸੀ। ਪਿੰਡਾਂ ਦੇ ਲੋਕੀ ਉਸ ਨੂੰ ਖਾਣ ਨੂੰ ਰੋਟੀ ਆਪ ਹੀ ਲੈ ਕੇ ਆ ਜਾਂਦੇ ਸਨ ਉਸ ਦੇ ਖਾਣ ਲਈ। ਦੇਹ ਦਾ ਅਸਲੀ ਵੈਰਾਗ ਇਹ ਹੈ, ਕੌਮ ਦੇ ਵਿਚਾਰਵਾਨ ਆਦਮੀ ਆਪਣੀ ਅਕਲ ਤੇ ਮਿਹਨਤ ਦੇ ਨਾਲ ਹੋਰਨਾਂ ਦਾ ਭਲਾ ਕਰਨ ਤੇ ਯਤੀਮਖਾਨੇ ਖੋਲ ਦੇਣ, ਬਜਾਏ ਇਸ ਦੇ ਕਿ ਆਪ ਬੈਰਾਗਵਾਨ ਹੋ ਕੇ ਅਟੰਕ ਹੋ ਬੈਠਣ। ਵਾਹਿਗੁਰੂ ਨੂੰ ਦੇਖਣ ਦੀ ਇੱਛਾ ਦੀ ਲੋੜ ਨਹੀਂ। ਸਤਿਗੁਰੂ ਜੀ ਨੇ ਸਾਨੂੰ ਉਸ ਦੇ ਸਿਮਰਨ ਦੀ ਤਾਕੀਦ ਕੀਤੀ ਹੈ। ਗੁਰਮੁਖ ਕੋਟ ਔਰ ਆਧਾਰ ਦਾ ਭਾਈ ਦੇ ਨਾਵੇਂ ਇੱਕ ਕਣੀ, ਸੋਠ ਮਹੱਲਾ 5। ਗੁਰਮੁਖ ਨਾਮ ਦੀ ਇੱਕ ਕਣੀ ਦਿੰਦਾ ਹੈ। ਜਗਿਆਸੂ ਇਸ ਨੂੰ ਹਿਰਦੇ ਵਿੱਚ ਰੱਖ ਸਿਮਰਨ ਕਰਕੇ ਸਿੰਜਰਦਾ ਹੈ। ਇਸ ਤਰ੍ਹਾਂ ਕਰੋੜਾਂ ਰੂਹਾਂ ਤਰਦੀਆਂ ਨੇ। ਸੋ ਪ੍ਰੋਗਰਾਮ ਦਾ ਜਿਹੜਾ ਸਮਾਂ ਖਤਮ ਹੋਣ ਨੂੰ ਹੈ ਤੇ ਸਤਿਗੁਰੂ ਜੀ ਨੇ ਚਾਹਿਆ ਤੇ ਅਗਲੇ ਹਫ਼ਤੇ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ ਤੇ ਇੰਨੀ ਹੀ ਸੇਵਾ ਪ੍ਰਵਾਨ ਕਰੋ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਜਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਸਰੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਆਪਣਾ ਖਿਆਲ ਰੱਖਿਓ। ਰੱਬ ਰਾਖਾ। ऐसी मांग गोबिंद ते, ऐसी मांग गोबिंद ते, टहल संतन की संग साधु का, हर नाम जप परम टहल संतन की संग साधु का, हर नाम जप परम गते। ऐसी मांग गोबिंद ते, ऐसी मांग गोबिंद ते, टहल संतन की संग साधु का, हर नाम जप परम टहल संतन के संग साधु का, हर नाम जप परम गते। ऐसी मां गोबिंद ते। पूजा चरना ठाकुर सरना, पूजा चरना ठाकुर सरना, सोई कुशल जो प्रभ जियो करना। सोई कुशल जो प्रभ जियो करना, सफल होत रे दुर्लभ देहि, सफल होत रे दुर्लभ देहि, जाको सतगुर मया करेहि, जाको सतगुर मया करेहि। ऐसी मां, ऐसी मांग गोबिंद ते, ऐसी मांग गोबिंद ते, टहल संतन के संग साधु का, हर नाम जप परम गते। टहल संतन के संग साधु का,
ਅਗਿਆਨ ਭਰਮ ਬਿਨਸੈ ਦੁਖ ਡੇਰਾ। ਅਗਿਆਨ ਭਰਮ ਬਿਨਸੈ ਦੁਖ ਡੇਰਾ। ਜਾਂ ਕੈ ਹਿਰਦੈ ਬਸੈ ਗੁਰ ਪੈਰਾ। ਜਾਂ ਕੈ ਹਿਰਦੈ ਬਸੈ ਗੁਰ ਪੈਰਾ। ਸਾਧ ਸੰਗ ਰੰਗ ਪ੍ਰਭ ਧਿਆਇਆ। ਸਾਧ ਸੰਗ ਰੰਗ ਪ੍ਰਭ ਧਿਆਇਆ। ਕਹੋ ਨਾਨਕ ਤਿਨ ਪੂਰਾ ਪਾਇਆ। ਕਹੋ ਨਾਨਕ ਤਿਨ ਪੂਰਾ ਪਾਇਆ। ਐਸੀ ਮਾਂ ਗੋਬਿੰਦ ਤੇ। ਐਸੀ ਮਾਂ ਗੋਬਿੰਦ ਤੇ। ਟਹਿਲ ਸੰਤਨ ਕੀ ਸੰਗ ਸਾਰੂਗਾ। ਹਰਿ ਨਾਮ ਜਪ ਪਰਮ ਗਤੇ। ਟਹਿਲ ਸੰਤਨ ਕੇ ਸੰਗ ਸਾਰੂਗਾ।